ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਤੁਸੀਂ ਥੰਬਨੇਲ 'ਚ ਦੇਖ ਹੀ ਲਿਆ ਕਿ ਮਾਸਟਰ ਕਲਾਸਿਸ ਪਟਿਆਲਾ ਤੇ ਅਸੀਂ ਆਫਲਾਈਨ ਬੈਚ ਸ਼ੁਰੂ ਕਰਨ ਜਾ ਰਹੇ ਹਾਂ। ਸੋ ਇਹ ਨਵਾਂ ਆਫਲਾਈਨ ਬੈਚ ਸਭ ਤੋਂ ਪਹਿਲੀ ਗੱਲ ਕਿ ਕਿੰਨਾ ਵਾਸਤੇ ਹੋਊਗਾ, ਠੀਕ ਆ। ਤਾਂ ਪੰਜਾਬ ਪੁਲਿਸ ਤੇ ਸੀਨੀਅਰ ਅਸਿਸਟੈਂਟ ਤੇ ਹੋਰ PSSB ਦੇ ਜਿੰਨੇ ਗਰੁੱਪ ਬੀ ਦੇ ਵਧੀਆ ਐਗਜ਼ਾਮ ਆ ਰਹੇ ਆ ਉਹਨਾਂ ਨੂੰ ਟਾਰਗੇਟ ਕਰਕੇ ਅਸੀਂ ਆਫਲਾਈਨ ਬੈਚ ਪਟਿਆਲੇ 'ਚ ਸਟਾਰਟ ਕਰਨ ਜਾ ਰਹੇ ਹਾਂ, ਠੀਕ ਆ। ਹੁਣ ਇਸ ਬੈਚ 'ਚ ਕੀ ਕੁਝ ਹੋ ਸਕਦਾ ਹੈ ਜਾਂ ਸਾਡੇ ਵਾਸਤੇ ਇਹ ਬੈਚ ਜਿਹੜਾ ਹੈ ਕਿਵੇਂ ਬੈਨੀਫੀਸ਼ੀਅਲ ਹੋ ਸਕਦਾ ਹੈ ਆਨਲਾਈਨ ਦੇ ਮੁਕਾਬਲੇ 'ਚ। ਦੇਖੋ, ਵੈਸੇ ਤਾਂ ਬੜਾ ਅੰਡਰਸਟੂਡ ਜਿਹਾ ਕੰਸੈਪਟ ਆ ਕਿ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਜੇ ਤੁਸੀਂ ਸਾਡੀਆਂ ਆਨਲਾਈਨ ਕਲਾਸਿਸ ਲਾ ਕੇ ਦੇਖੀਆਂ ਤਾਂ ਤੁਹਾਨੂੰ ਸਾਡੀਆਂ ਆਨਲਾਈਨ ਕਲਾਸਿਸ ਦੇ ਵਿੱਚ ਵੀ ਕਨੈਕਟੀਵਿਟੀ ਬ੍ਰੇਕ ਹੁੰਦੀ ਨਹੀਂ ਮਿਲੂਗੀ। ਪਰ ਫਿਰ ਵੀ ਬਹੁਤ ਸਾਰੇ ਐਸਪੀਰੈਂਟਸ ਦੀ ਇਹ ਡਿਮਾਂਡ ਹੁੰਦੀ ਆ ਕਿ ਸਰ ਕਲਾਸ 'ਚ ਬਹਿ ਕੇ ਟੈਸਟ ਦੇਣੇ ਆ, ਡਿਸਿਪਲਿਨ 'ਚ ਰਹਿ ਕੇ ਤਿਆਰੀ ਕਰਨੀ ਆ, ਇੱਕ ਲਗਾਤਾਰ ਕਨੈਕਟੀਵਿਟੀ ਜੀ ਬਣੀ ਰਹਿੰਦੀ ਆ, ਹੌਸਲਾ ਜਿਹਾ ਰਹਿੰਦਾ ਹੈ। ਸੋ ਜਿਹੜੇ ਆਲਰੇਡੀ ਸਾਡੇ ਕੋਲ ਸਟੂਡੈਂਟਸ ਪੁਰਾਣੇ ਬੈਚਿਸ 'ਚ ਚੱਲ ਰਹੇ ਆ ਉਹਨਾਂ ਤੋਂ ਤੁਸੀਂ ਰਿਵਿਊ ਲੈ ਸਕਦੇ ਹੋ, ਆਫਲਾਈਨ ਵਾਲਿਆਂ ਤੋਂ ਵੀ ਆਨਲਾਈਨ ਵਾਲਿਆਂ ਤੋਂ ਵੀ। ਤਾਂ ਸਾਡਾ ਸਾਰੇ ਦਾ ਸਾਰਾ ਸਟੱਡੀ ਮਟੀਰੀਅਲ ਬਾਈਲਿੰਗੁਅਲ ਹੋਊਗਾ। ਡੈਮੋ ਕਲਾਸ ਜਿਹੜੀ ਆ ਤੁਸੀਂ ਇਸ ਵੀਡੀਓ ਤੋਂ ਅੱਗੇ ਵੀ ਦੇਖੋਗੇ ਤੇ ਇਸ ਵੀਡੀਓ ਨੂੰ ਸੈਪਰੇਟ ਵੀ ਦੇਖ ਸਕਦੇ ਹੋ। ਤਾਂ ਜਿੰਨੀਆਂ ਡੈਮੋ ਕਲਾਸਿਸ ਨੇ ਉਹ ਸਾਡੀਆਂ ਹੁਣ ਸ਼ੁਰੂ ਹੋ ਚੁੱਕੀਆਂ ਨੇ। ਅਸੀਂ ਰੀਜ਼ਨਿੰਗ 'ਚ ਡਾਟਾ ਇੰਟਰਪ੍ਰੀਟੇਸ਼ਨ ਤੋਂ ਤੇ GS ਜਿਹੜੀ ਆ ਉਹ ਅਸੀਂ ਜੀਓਗ੍ਰਾਫੀ ਤੋਂ ਸ਼ੁਰੂ ਕਰਵਾ ਚੁੱਕੇ ਹਾਂ। ਸੋ ਕਿਸੇ ਨੇ ਵੀ ਸਾਡੇ ਨਾਲ ਸੰਪਰਕ ਕਰਨਾ ਹੈ ਤਾਂ 80 544 00797 ਸਾਡਾ ਆਫਲਾਈਨ ਜਾਂ ਆਨਲਾਈਨ ਵਾਸਤੇ ਵੀ ਤੁਸੀਂ ਐਡਮਿਸ਼ਨ ਲੈਣੀ ਆ ਤਾਂ ਇਹ ਤੁਹਾਨੂੰ ਅਵੇਲੇਬਲ ਮਿਲੂਗਾ। ਅਸੀਂ ਅਕਸਰ ਕਹਿੰਦੇ ਹੁੰਦੇ ਆ ਕਿ ਜਿਹੜੇ ਬੱਚੇ ਸਾਡੇ ਤੱਕ ਨਹੀਂ ਪਹੁੰਚ ਸਕਦੇ ਉਹ ਸਾਡੇ ਜਿਹੜੇ ਆਲਰੇਡੀ ਚੱਲ ਰਹੇ ਆਨਲਾਈਨ ਬੈਚ ਨੇ ਉਹਨਾਂ 'ਚ ਵੀ ਟੈਸਟ ਸੀਰੀਜ਼ ਨੂੰ ਟਾਰਗੇਟ ਮੰਨ ਕੇ ਆਪਣੇ ਆਉਣ ਵਾਲੇ ਪੇਪਰਾਂ ਦੀ 15 ਮਹੀਨੇ ਦੀ ਤਿਆਰੀ ਕਰ ਸਕਦੇ ਆ। ਆਫਲਾਈਨ ਬੈਚ ਜਿਹੜੇ ਸਟੂਡੈਂਟ ਇਨਰੋਲਡ ਹੁੰਦੇ ਆ ਉਹਨਾਂ ਵਾਸਤੇ ਆ ਸਾਰੀਆਂ ਬੁੱਕਸ ਉਹਨਾਂ ਦੇ ਕੋਰਸ ਦਾ ਪਾਰਟ ਆ ਤੇ ਸਾਰੀਆਂ ਕਿਤਾਬਾਂ ਬਾਈਲਿੰਗੁਅਲ ਆ। ਮਾਸਟਰ ਕਲਾਸਿਸ ਪਟਿਆਲਾ ਦਾ ਟੈਲੀਗ੍ਰਾਮ ਦਾ ਚੈਨਲ ਆ, ਉੱਥੇ ਤੁਸੀਂ ਇਹਨਾਂ ਸਾਰੀਆਂ ਬੁੱਕਸ ਦੇ 40 50 ਪੇਜਾਂ ਦੀਆਂ ਡੈਮੋਜ਼ ਪਈਆਂ ਨੇ, ਤਸੱਲੀ ਬਖਸ਼ ਚੈੱਕ ਕਰ ਲਓ, ਠੀਕ ਆ। YouTube ਦੇ ਚੈਨਲ ਤੇ ਜਾ ਕੇ ਪਲੇਲਿਸਟ ਵਾਲੇ ਫੋਲਡਰ 'ਚ ਸਾਡੇ ਟੈਸਟ ਸੀਰੀਜ਼, ਪ੍ਰੀਵੀਅਸ ਈਅਰ ਕੁਐਸਚਨਸ, ਸੀਨੀਅਰ ਅਸਿਸਟੈਂਟ ਦਾ ਡੈਮੋ ਪੂਰੀ ਦੀਆਂ ਪੂਰੀਆਂ ਪਲੇਲਿਸਟ ਬਣੀਆਂ ਨੇ। ਕੁਆਲਿਟੀ ਤੋਂ ਸੈਟੀਸਫਾਈਡ ਹੋਵੋਗੇ ਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਕਨੈਕਟੀਵਿਟੀ ਵਾਸਤੇ ਆਫਲਾਈਨ ਬੈਚ ਦੀ ਜ਼ਰੂਰਤ ਆ ਤਾਂ ਤੁਸੀਂ ਆ ਦਸੰਬਰ ਦੇ ਹੁਣ ਫਸਟ ਤੇ ਸੈਕਿੰਡ ਵੀਕ 'ਚ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ। ਧੰਨਵਾਦ। ਹਾਂਜੀ, ਬਸ ਪਲੀਜ਼ ਸਟਾਰਟ ਕਰਦੇ ਆ। ਲਓ ਜੀ, ਥੋੜਾ ਜਿਹਾ ਇੱਕ ਤਾਂ ਤੁਸੀਂ ਕੈਲਕੂਲੇਸ਼ਨਸ 'ਚ ਹੈਲਪ ਕਰਿਓ ਤੇ ਅੱਜ ਆਪਾਂ ਆਪਣਾ ਇਸ ਡਾਟਾ ਇੰਟਰਪ੍ਰੀਟੇਸ਼ਨ ਦਾ ਲੈਕਚਰ ਨੰਬਰ 3 ਤੇ ਆਈ ਥਿੰਕ ਟੇਬਲਸ ਦਾ ਵੀ ਇਹ ਤੀਸਰਾ ਲੈਕਚਰ ਹੀ ਆ, ਹਨਾ, ਕਿਉਂਕਿ ਹਜੇ ਆਪਾਂ ਡਾਟਾ ਇੰਟਰਪ੍ਰੀਟੇਸ਼ਨ ਸ਼ੁਰੂ ਹੀ ਟੇਬਲਸ ਤੋਂ ਕੀਤਾ ਹੈ। ਲਓ ਜੀ, ਸਭ ਤੋਂ ਪਹਿਲਾਂ ਮੈਨੂੰ ਪਹਿਲੇ ਸਵਾਲ ਬਾਰੇ ਦੱਸੋ ਕਿ ਸਵਾਲ ਇਹ ਆ ਕਿ ਇਹ ਵਨ ਡੇ ਇੰਟਰਨੈਸ਼ਨਲ ਮੈਚ ਸੀ ਕੁਝ ਬੈਟਸਮੈਨਾਂ ਦਾ, ਬੱਲੇਬਾਜ਼ਾਂ ਦਾ, ਠੀਕ ਆ। ਉਹਦੇ ਸੰਦਰਭ ਦੇ ਵਿੱਚ ਉਹਨਾਂ ਨੇ ਇੱਕ ਸਵਾਲ ਤੁਹਾਨੂੰ ਪੁੱਛਿਆ ਹੈ, ਕਹਿੰਦੇ P1 P2 ਤੋਂ ਲੈ ਕੇ P6 ਤੱਕ ਖਿਡਾਰੀਆਂ ਦਾ ਨਾਮ ਆ, ਕਿੰਨੇ ਮੈਚ ਖੇਡੇ ਉਹਨਾਂ ਨੇ ਉਹ ਆ। ਕਹਿੰਦੇ ਇਨਿੰਗ ਪਲੇਡ, ਕਿੰਨੀਆਂ ਇਨਿੰਗਸ ਖੇਡੀਆਂ। ਹੁਣ ਕਈ ਵਾਰੀ ਪਤਾ ਕੀ ਹੁੰਦਾ, ਜਿਵੇਂ ਮੰਨ ਲਓ ਮੇਰੇ ਵਰਗਾ ਕ੍ਰਿਕਟ ਖੇਡਣ ਚਲੇ ਗਿਆ, ਉਹਦੀ ਵਾਰੀ ਨਹੀਂ ਆਈ ਖੇਡਣ ਦੀ, ਠੀਕ ਆ। ਉਹਨੇ ਮੈਚ ਤਾਂ ਖੇਡ ਲਏ ਪਰ ਉਹਦੀ ਵਾਰੀ ਨਾ ਆਉਣ ਦਾ ਮਤਲਬ ਆ ਕਿ ਉਹਨੇ ਇਨਿੰਗ ਨਹੀਂ ਖੇਡੀ ਉਹ ਵਾਲੀ, ਠੀਕ ਆ। ਸੋ 50 ਮੈਚ ਖੇਡੇ ਪਰ ਵਾਰੀ ਉਹਦੀ 48 ਵਾਰ ਆਈ ਆ ਖੇਡਣ ਦੀ। ਉਸ ਤੋਂ ਬਾਅਦ ਉਹਨੇ ਕਿੰਨੇ ਰਨ ਸਕੋਰ ਕੀਤੇ ਆ 50 ਮੈਚਾਂ 'ਚ, 48 ਇਨਿੰਗਸ, 48 ਵਾਰ ਉਹਦੀ ਵਾਰੀ ਆਈ ਆ ਤੇ ਉਹਨੇ ਮੀਨਸ ਕਿ ਰਨ ਸਕੋਰ ਕੀਤੇ 1800 ਤੇ ਉਹਦੀ ਔਸਤ ਕਿੰਨੀ ਦਿੱਤੀ ਹੋਈ ਉਹਨਾਂ ਨੇ 40 ਉਹਦੀ ਔਸਤ ਆ। ਵੈਸੇ ਦੇਖੋ ਇੱਕ ਗੱਲ ਬੜੀ ਕਲੀਅਰ ਆ, ਹਾਂ ਆ ਉਹਨਾਂ ਨੇ ਸਾਰਾ ਕੁਝ ਆਪਾਂ ਨੂੰ ਦੱਸਿਆ ਹੋਇਆ ਹੈ। ਜਿਹੜੇ ਬੰਦੇ ਨੂੰ ਤਾਂ ਕ੍ਰਿਕਟ ਦੇ ਰੂਲਸ ਪਤਾ ਹੈ ਉਹਨੂੰ ਪਤਾ ਹੈ ਕਿ ਐਵਰੇਜ ਕਿਵੇਂ ਨਿਕਲਦੀ ਆ, ਔਸਤ ਕਿਵੇਂ ਨਿਕਲਦੀ ਆ, ਠੀਕ ਆ। ਤਾਂ ਖੈਰ ਹਾਂ, ਹੁਣ ਦੇਖੋ ਪਹਿਲੀ ਗੱਲ ਇਹ ਆ ਕਿ ਜੇ ਕੋਈ ਮੈਨੂੰ ਪੁੱਛੇ ਕਿ ਕ੍ਰਿਕਟ ਦੇ ਰੂਲਸ ਦੇ ਮੁਤਾਬਕ, ਠੀਕ ਆ, ਤਾਂ ਮੈਂ ਤੁਹਾਨੂੰ ਇੰਨਾ ਦੱਸਦਾ ਕਿ ਸਪੋਜ਼ ਕਰੋ ਇੱਕ ਖਿਡਾਰੀ ਜਿਹੜਾ ਹੈ ਉਹਨੇ 50 ਮੈਚ ਖੇਡੇ ਆ, 48 'ਚ ਉਹਦੀ ਵਾਰੀ ਆਈ ਆ, ਠੀਕ ਆ, ਤੇ ਉਹਨੇ ਰਨ ਕਿੰਨੇ ਬਣਾਏ ਆ 1800। ਤਾਂ ਔਸਤਨ ਉਹਦੇ ਕਿੰਨੇ ਰਨ ਬਣਨਗੇ ਆਪਾਂ ਨੂੰ ਪਤਾ। ਐਵਰੇਜ ਕੱਢਣ ਦਾ ਕੀ ਫਾਰਮੂਲਾ ਹੁੰਦਾ, ਟੋਟਲ ਬਟੇ ਗਿਣਤੀ, ਟੋਟਲ ਬਟੇ ਗਿਣਤੀ। ਹੁਣ ਟੋਟਲ ਰਨ ਕਿੰਨੇ ਉਹਦੇ 1800, 1800 ਨੂੰ 50 ਨਾਲ ਡਿਵਾਈਡ ਕਰਿਓ ਕੈਲਕੂਲੇਟਰ ਦੀ ਹੈਲਪ ਨਾਲ। 1800 ਨੂੰ 50 ਨਾਲ ਡਿਵਾਈਡ ਕਰੋ, ਕਿੰਨੀ
36। ਜੇ ਮੰਨ ਲਓ ਕੋਈ ਮੈਨੂੰ ਕਹੇ ਐਵਰੇਜ ਕਿਵੇਂ ਨਿਕਲਦੀ ਆ, ਐਵਰੇਜ ਐਵੇਂ ਨਿਕਲਣੀ ਚਾਹੀਦੀ ਆ ਕਿ ਕਿੰਨੇ ਰਨ ਬਣਾਏ ਆ, ਕਿੰਨੇ ਮੈਚ ਖੇਡੇ ਆ, ਫਿਰ ਐਵਰੇਜ 36 ਤੇ ਹੈ ਨਹੀਂ, ਇਹਦਾ ਮਤਲਬ ਐਵੇਂ ਨਹੀਂ ਨਿਕਲਦੀ ਐਵਰੇਜ। ਠੀਕ ਆ, ਹੁਣ ਐਵਰੇਜ ਕੱਢਣ ਦਾ ਦੂਜਾ ਤਰੀਕਾ, ਫਿਰ ਕੋਈ ਮੈਨੂੰ ਕਹੂਗਾ ਸਰ ਨਹੀਂ ਐਵਰੇਜ ਐਵੇਂ ਨਿਕਲਦੀ ਆ ਕਿ ਬਈ ਜਿੰਨੇ ਉਹਨੇ ਰਨ ਬਣਾਏ ਆ ਤੇ ਜਿੰਨੀਆਂ ਇਨਿੰਗਸ ਖੇਡੀਆਂ, ਕਰਿਓ 1800/40 48 ਕਿੰਨਾ 37.5, ਐਵਰੇਜ ਐਵੇਂ ਵੀ ਨਿਕਲਦੀ ਨਹੀਂ। ਤੁਹਾਨੂੰ ਪਤਾ ਕਈ ਖਿਡਾਰੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੀ ਐਵਰੇਜ ਬਹੁਤ, ਮੈਨੂੰ ਨਹੀਂ ਪਤਾ ਤੁਸੀਂ ਜੇ ਹੁਣ ਦੇ ਯੁੱਗ ਦੀ ਕ੍ਰਿਕਟ ਦੇਖਦੇ ਹੋ ਮਤਲਬ ਤਾਂ ਤੁਹਾਨੂੰ ਸ਼ਾਇਦ ਧੋਨੀ ਵਰਗੇ ਪਲੇਅਰਸ ਪਤਾ ਹੋਣ। ਜਿਸ ਟਾਈਮ ਕ੍ਰਿਕਟ ਦੇਖਣੀ ਮੈਂ ਛੱਡਤੀ ਸੀ ਉਸ ਟਾਈਮ ਮਾਈਕਲ ਬੈਵਨ ਵਰਗੇ ਪਲੇਅਰ ਹੁੰਦੇ ਸੀ ਆਸਟ੍ਰੇਲੀਆ ਵਰਗੀ ਟੀਮ ਦੇ, ਅਸੀਂ ਉਹਨਾਂ ਦੇ ਨਾਮ ਤੇ ਟਰੰਪ ਕਾਰਡ ਆਉਂਦੇ ਹੁੰਦੇ ਸੀ। ਟਰੰਪ ਗੇਮ ਜਦੋਂ ਖੇਡਦੇ ਹੁੰਦੇ ਸੀ ਤਾਂ ਉਹਦੇ 'ਚ ਮਾਈਕਲ ਬੈਵਨ ਦੀ ਐਵਰੇਜ 60 ਤੋਂ ਉੱਪਰ ਹੁੰਦੀ ਸੀ। ਮਾਈਕਲ ਬੈਵਨ ਦੀ ਐਵਰੇਜ 60 ਤੋਂ ਉੱਪਰ ਕਿਉਂ ਹੋਈ, ਜਦ ਕਿ ਉਹ ਬੰਦਾ ਤਾਂ ਮੈਚ ਖੇਡਣ ਉਦੋਂ ਆਉਂਦਾ ਹੁੰਦਾ ਸੀ, ਉਹਦੀ ਵਾਰੀ ਉਦੋਂ ਆਉਂਦੀ ਸੀ ਜਦੋਂ ਓਵਰ ਖਤਮ ਹੋਣ ਵਾਲੇ ਹੁੰਦੇ ਸੀਗੇ। ਮਤਲਬ ਕਿਸੇ ਮੈਚ 'ਚ ਉਹਦੇ ਕੋਲੋਂ ਹਾਰਡਲੀ 30 ਰਨ ਬਣੇ, ਕਿਸੇ 'ਚ 12 ਰਨ ਬਣੇ। ਕ੍ਰਿਕਟ ਦਾ ਰੂਲ ਆ ਕਿ ਕ੍ਰਿਕਟ ਦੇ ਰੂਲ ਦੇ ਵਿੱਚ ਐਵਰੇਜ ਕੱਢਣ ਦਾ ਤਰੀਕਾ ਏ ਕਿੰਨੇ ਸਕੋਰ ਤੁਸੀਂ ਸਕੋਰ ਕੀਤੇ ਆ, ਹਾਊ ਮਚ ਯੂ ਹੈਵ ਸਕੋਰਡ, ਕਿੰਨੇ ਰਨ ਤੁਸੀਂ ਬਣਾਏ ਆ ਬਟੇ ਕਿੰਨੀਆਂ ਇਨਿੰਗਸ ਜਿੰਨਾ 'ਚ ਤੁਸੀਂ ਆਊਟ ਹੋ ਕੇ ਗਏ ਹੋ। ਜਿਹੜੀਆਂ ਇਨਿੰਗਸ 'ਚ ਤੁਸੀਂ ਆਊਟ ਹੀ ਨਹੀਂ ਹੋ ਕੇ ਗਏ, ਮਤਲਬ ਤੁਸੀਂ ਖੇਡਦੇ ਰਹੇ। ਆਪਾਂ ਨਹੀਂ ਕਹਿ ਦਿੰਦੇ ਯਾਰ ਮੇਰੇ ਵਾਰੀ ਤਾਂ ਓਵਰ ਹੀ ਮੁੱਕ ਗਏ, ਠੀਕ ਆ, ਕਿ ਮੈਂ ਖੇਡਣਾ ਸ਼ੁਰੂ ਕੀਤਾ ਸੀਗਾ ਉਧਰੋਂ ਮੈਚ ਸਾਡੇ ਵਾਲੇ ਓਵਰ ਖਤਮ ਹੋ ਗਏ। ਇਟ ਮੀਨਸ ਉਹ ਖਿਡਾਰੀ ਆਊਟ ਨਹੀਂ ਹੋ ਸਕਿਆ, ਉਹ ਖਿਡਾਰੀ ਆਊਟ ਨਹੀਂ ਹੋ ਸਕਿਆ, ਗੌਰ ਕਰਿਓ, ਉਹ ਖਿਡਾਰੀ ਆਊਟ ਨਹੀਂ ਹੋ ਸਕਿਆ ਪਰ ਉਸ ਖਿਡਾਰੀ ਦੇ ਰਨ ਕਾਊਂਟ ਹੋ ਗਏ, ਪਰ ਇਹ ਨਹੀਂ ਕਾਊਂਟ ਹੋਊਗਾ ਕਿ ਉਹਨੇ ਆਹ ਵਾਲਾ ਮੈਚ ਖੇਡਿਆ ਹੈ। ਇਟ ਮੀਨਸ ਉਹਨੂੰ ਫਾਇਦਾ ਹੀ ਹੋਇਆ, ਰਨ ਤਾਂ ਉਹਦੇ ਐਡ ਹੋ ਗਏ, ਉੱਪਰਲੀ ਚੀਜ਼ ਤਾਂ ਜੁੜ ਗਈ ਪਰ ਥੱਲੇ ਵਾਲਾ ਨੰਬਰ ਆਫ ਮੈਚਿਸ ਨਹੀਂ ਵਧੇ, ਇਸ ਕਰਕੇ ਉਹਦੀ ਐਵਰੇਜ ਆਪੇ ਹੀ ਵੱਧ ਜਾਂਦੀ ਆ। ਹੁਣ ਸਪੋਜ਼ ਕਰੋ ਇੱਕ ਖਿਡਾਰੀ ਆ, ਪਹਿਲੇ ਮੈਚ 'ਚ ਉਹਨੇ 20 ਰਨ ਬਣਾਏ, ਆਊਟ ਹੋ ਗਿਆ, ਦੂਜੇ ਮੈਚ 'ਚ ਉਹਨੇ 30 ਰਨ ਬਣਾਏ, ਓਵਰ ਮੁੱਕ ਗਏ, ਤੀਜੇ ਮੈਚ 'ਚ ਉਹਨੇ ਫਿਰ 20 ਰਨ ਬਣਾਏ, ਓਵਰ ਮੁੱਕ ਗਿਆ, ਆਊਟ ਨਹੀਂ ਹੋਇਆ। 20 ਤੇ 30 50 ਤੇ 20 70 70 ਤਾਂ ਉਹਦੇ ਟੋਟਲ ਰਨ ਹੋ ਗਏ। ਇਨਿੰਗਸ ਕਿੰਨੀਆਂ ਆਉਣਗੀਆਂ ਥੱਲੇ, 1 ਕਿ 2 ਕਿ 3, 1 ਆਊਗਾ ਕਿਉਂਕਿ 2 ਇਨਿੰਗਸ ਤੇ ਆਊਟ ਹੀ ਨਹੀਂ ਹੋਇਆ ਤੇ ਉਹਦੀ ਐਵਰੇਜ ਆਪੇ 70 ਹੋ ਗਈ। ਸੋ ਇਸ ਕਰਕੇ ਜਿਹੜੇ ਟੇਲ ਐਂਡਰਸ ਹੁੰਦੇ ਆ ਤੇ ਲਾਸਟ 'ਚ ਆ ਕੇ ਆਊਟ ਨਹੀਂ ਹੁੰਦੇ, ਉਹਨਾਂ ਦੀ ਐਵਰੇਜ ਜ਼ਿਆਦਾ ਰਿਫਲੈਕਟ ਹੁੰਦੀ ਆ। ਸੋ ਇਹ ਤਾਂ ਹੋ ਗਿਆ ਬੇਸਿਕ ਰੂਲ। ਪਰ ਤੁਸੀਂ ਮੈਨੂੰ ਕਹੋਗੇ ਕਿ ਸਰ ਜੇ ਸਾਨੂੰ ਇਹ ਸਵਾਲ ਤੁਸੀਂ ਪਾਇਆ ਹੈ, ਅਸੀਂ ਤਾਂ ਕ੍ਰਿਕਟ ਦੇਖੀ ਨਹੀਂ, ਸਾਡੇ ਲਈ ਤਾਂ ਰੂਲ ਹੈ ਹੀ ਨਹੀਂ, ਸਾਨੂੰ ਤਾਂ ਇਹ ਆ ਕਿ ਜੋ ਪੇਪਰ 'ਚ ਆ ਉਹੀ ਆ। ਸੋ ਮੈਂ ਤੁਹਾਨੂੰ ਕ੍ਰਿਕਟ ਦਾ ਕਨਸੈਪਟ ਦੱਸਦਾ ਕਿ ਹੁੰਦਾ ਕੀ ਆ। ਖੈਰ ਸਵਾਲ ਪਾਉਣ ਵਾਲੇ ਦੀ ਇਹ ਨੈਤਿਕ ਜ਼ਿੰਮੇਵਾਰੀ ਵੀ ਆ ਤੇ ਡਿਊਟੀ ਵੀ ਆ, ਬਿਲਕੁਲ ਸਖਤ ਡਿਊਟੀ ਆ ਉਹਦੀ ਕਿ ਉਹ ਤੁਹਾਨੂੰ ਸਵਾਲ ਪਾਉਣ ਤੋਂ ਪਹਿਲਾਂ ਇਹ ਮੰਨ ਕੇ ਚੱਲੇ ਕਿ ਜਿਹੜੇ ਬੰਦੇ ਨੂੰ ਮੈਂ ਸਵਾਲ ਪਾ ਰਿਹਾ ਉਹਨੂੰ ਕ੍ਰਿਕਟ ਦਾ ਕੋਈ ਰੂਲ ਨਹੀਂ ਪਤਾ। ਹੁਣ ਤੁਸੀਂ ਇਹ ਸਵਾਲ ਕੱਢਣਾ ਹੈ, ਆ ਜਾਓ ਜੀ। ਸਭ ਤੋਂ ਪਹਿਲੀ ਗੱਲ, ਪਹਿਲਾ ਸਵਾਲ ਇਹ ਆ ਕਿ ਜੇਕਰ ਔਸਤ ਨੂੰ ਟੋਟਲ ਰਨ ਸਕੋਰਡ ਬਟੇ ਟੋਟਲ ਨੰਬਰ ਆਫ ਮੈਚਿਸ ਜਿੰਨੇ 'ਚ ਖਿਡਾਰੀ ਆਊਟ ਹੋਇਆ ਹੈ ਉਹਦੇ ਨਾਲ ਗਿਣਿਆ ਜਾਵੇ ਤਾਂ ਦੱਸੋ ਕਿ ਆ ਲਿਖਿਆ ਹੋਇਆ ਉਹਨਾਂ ਨੇ ਪਹਿਲਾਂ ਹੀ ਦੱਸਤਾ ਪੈਰੇ 'ਚ ਹੀ ਕਿ ਬਈ ਔਸਤ ਦੇਖੋ ਜਿਹੜੀ ਗੱਲ ਮੈਂ ਤੁਹਾਨੂੰ ਕ੍ਰਿਕਟ ਦੀ ਸਮਝਾਈ ਆ ਉਹਨਾਂ ਨੇ ਕੁਐਸਚਨ 'ਚ ਲਿਖਤੀ ਇਹ ਗੱਲ ਕਿ ਐਵਰੇਜ ਕੱਢਣ ਦਾ ਤਰੀਕਾ ਇਹ ਆ ਕਿ ਕਿੰਨੇ ਰਨ ਬਣਾਏ ਆ ਖਿਡਾਰੀ ਨੇ ਬਟੇ ਕਿੰਨੀਆਂ ਇਨਿੰਗਸ ਦੇ ਵਿੱਚੋਂ ਕੀ ਹੋਇਆ ਹੈ, ਆਊਟ ਹੋਇਆ ਹੈ। ਸੋ ਉਹਨਾਂ ਨੇ ਆਪ ਹੀ ਦੱਸਤਾ ਇਹ ਗੱਲ ਕਿ ਬਈ ਆਹ ਗੱਲ ਤੁਸੀਂ ਕਲੀਅਰ ਮੰਨ ਲਿਓ ਕਿ ਇਹ ਯੂਨੀਵਰਸਲ ਟਰੁੱਥ ਆ, ਸਾਰੀ ਦੀ ਸਾਰੇ ਟੇਬਲਾਂ 'ਚ ਚੱਲੂਗਾ। ਹੁਣ ਸਾਰਾ ਗੱਲ ਸਮਝ ਆ ਗਈ, ਜੋ ਮੈਂ ਗੱਲ ਸਮਝਾਈ ਸੀ ਉਹ ਗੱਲ ਉਹਨਾਂ ਨੇ ਕੁਐਸਚਨ 'ਚ ਲਿਖ ਕੇ ਦੇਤੀ, ਤੁਹਾਡਾ ਸਾਰੇ ਐਕਸਕਿਊਜ਼ ਖਤਮ ਕਰਤੇ। ਹੁਣ ਉਹਨਾਂ ਨੇ ਸਵਾਲ ਇਹ ਆ ਕਿ ਦੱਸੋ ਕਿਹੜਾ ਵਿਚ ਡਿਡ ਨਾਟ ਗੈਟ ਆਊਟ ਫॉर ਮੈਕਸਿਮਮ ਨੰਬਰ ਆਫ ਟਾਈਮਸ, ਉਹ ਕਿਹੜਾ ਖਿਡਾਰੀ ਆ ਜਿਹੜਾ ਸਭ ਤੋਂ ਵੱਧ ਵਾਰ ਆਊਟ ਨਹੀਂ ਹੋਇਆ। ਮਤਲਬ ਕਿ ਜਿਵੇਂ ਆਪਾਂ ਕਹਦੇ ਕਿ ਉਹ ਕਿਹੜਾ ਖਿਡਾਰੀ ਆ ਜਿਹੜਾ ਸਭ ਤੋਂ ਵੱਧ ਵਾਰ ਆਊਟ ਨਹੀਂ ਹੋਇਆ, ਇਹਦਾ ਪੰਜਾਬੀ 'ਚ ਮਤਲਬ ਨਿਕਲ ਕੇ ਆਉਂਦਾ ਹੈ, ਵੈਸੇ ਤਾਂ ਇਹ ਵੀ ਪੰਜਾਬੀ ਆ ਪਰ ਇਹਦਾ ਸਧਾਰਨ ਭਾਸ਼ਾ 'ਚ ਮਤਲਬ ਨਿਕਲ ਕੇ ਆਉਂਦਾ ਕ੍ਰਿਕਟ ਖੇਡਣ ਵਾਲਿਆਂ ਦੀ ਜਾਂ ਸਮਝਣ ਵਾਲਿਆਂ ਦੀ ਭਾਸ਼ਾ 'ਚ ਕਿ ਉਹ ਕਿਹੜਾ ਖਿਡਾਰੀ ਆ ਜਿਹੜਾ ਸਭ ਤੋਂ ਵੱਧ ਵਾਰ ਨੋਟ ਆਊਟ ਗਿਆ ਹੈ, ਮਤਲਬ ਜਿਹੜੇ ਬੰਦੇ ਨੂੰ ਆਊਟ ਨਹੀਂ ਕੀਤਾ ਜਾ ਸਕਿਆ। ਹੁਣ ਤੁਸੀਂ ਇੱਥੇ ਆਪਾਂ ਇੱਕ ਟੇਬਲ ਕ੍ਰੀਏਟ ਕਰਦੇ ਹਾਂ, ਤੁਸੀਂ ਬਸ ਮੈਨੂੰ ਇੰਨਾ ਦੱਸੋ ਕਿ ਜਿਹੜਾ ਆਹ ਖਿਡਾਰੀ ਆ ਆਪਣਾ ਕੀ ਨਾਮ ਉਹਦਾ P1 ਨੇ ਕਿੰਨੇ ਮੈਚ ਖੇਡੇ ਆ 50, P1 ਨੇ ਕਿੰਨੀਆਂ ਇਨਿੰਗਸ ਖੇਡੀਆਂ 48, P1 ਨੇ ਕਿੰਨੇ ਰਨ ਬਣਾਏ ਆ 1800। ਤੁਸੀਂ ਦੱਸੋ ਕਿ ਐਵਰੇਜ ਦਾ ਫਾਰਮੂਲਾ ਉਹਨਾਂ ਨੇ ਕੀ ਦੱਸਿਆ ਹੈ, ਔਸਤ ਬਰਾਬਰ ਹੈ ਕੀ ਦੱਸਿਆ ਐਵਰੇਜ ਦਾ ਫਾਰਮੂਲਾ, ਟੋਟਲ ਰਨਸ ਭਾਵ ਕੁੱਲ ਦੌੜਾਂ ਬਟੇ ਕੀ ਇਨਿੰਗਸ ਜਿੰਨਿਆਂ 'ਚ ਖਿਡਾਰੀ ਕੀ ਹੋਇਆ ਆਊਟ। ਆਈਓ ਦਾ ਮਤਲਬ ਆ ਉਹ ਵਾਲੀਆਂ ਪਾਰੀਆਂ
ਜਿਨ੍ਹਾਂ ਵਿੱਚ ਖਿਡਾਰੀ ਕੀ ਹੋ ਚੁੱਕਿਆ ਹੈ, ਆਊਟ ਹੋ ਚੁੱਕਿਆ ਹੈ। ਲਓ ਜੀ ਇੱਕ ਗੱਲ ਦੱਸੋ, P1 ਦੇ ਕੇਸ ਦੇ ਵਿੱਚ ਐਵਰੇਜ ਕਿੰਨੀ ਦਿੱਤੀ ਹੋਈ ਹੈ? P1 ਦੇ ਕੇਸ 'ਚ ਐਵਰੇਜ ਕਿੰਨੀ ਦਿੱਤੀ ਹੈ? 40। P1 ਨੇ ਰਨ ਕਿੰਨੇ ਬਣਾਏ ਆ? ਕਿੰਨਾ ਬਟੇ IO, ਕ੍ਰੋਸ ਮਲਟੀਪਲਾਈ ਕਰਕੇ। ਮੈਥ ਦੇ ਰੂਲ ਤਾਂ ਸਾਰੇ ਜਾਣਦੇ ਹੋ ਕਿ IO ਉੱਧਰ ਗਿਆ ਇੱਧਰ ਗਿਆ। ਦੱਸੋ ਕਿ 1800 ਬਟੇ 40 ਕਿੰਨਾ ਆਇਆ? ਕਿੰਨਾ? 39 45। ਇਹਦਾ ਮਤਲਬ 45 ਇਨਿੰਗਸ ਦੇ ਵਿੱਚੋਂ ਖਿਡਾਰੀ ਕੀ ਹੋਇਆ ਜਨਾਬ? ਆਊਟ ਹੋਇਆ। ਹੁਣ ਤੁਹਾਨੂੰ ਸਮਝ ਆ ਗਈ ਇੱਕ ਗੱਲ ਕਿ ਜੇ ਮੈਂ ਇਹਨੂੰ ਇਹਦੇ ਨਾਲ ਡਿਵਾਈਡ ਕਰੂੰਗਾ ਤਾਂ ਮੈਨੂੰ ਇਹ ਪਤਾ ਲੱਗ ਜਾਊਗਾ ਕਿ ਉਹ ਖਿਡਾਰੀ ਕਿੰਨੀਆਂ ਇਨਿੰਗਸ 'ਚ ਕੀ ਹੋਇਆ ਹੈ? ਆਊਟ ਹੋਇਆ ਹੈ। ਅੰਕੜੇ ਇਕੱਠੇ ਕਰ ਲਈਏ ਜਲਦੀ ਜਲਦੀ। ਮੈਨੂੰ 2034 ਨੂੰ ਕਿੰਨੇ ਨਾਲ ਡਿਵਾਈਡ ਕਰਕੇ ਦੱਸੋ? 45.2 ਨਾਲ ਕਰਿਓ। 45 ਕਿੰਨਾ? ਇਹ ਖਿਡਾਰੀ ਵੀ 45 ਵਾਰ ਆਊਟ ਹੋਇਆ ਹੈ। ਹੁਣ ਤੁਸੀਂ ਮੈਨੂੰ 1679 ਨੂੰ 36.5 ਨਾਲ ਡਿਵਾਈਡ ਕਰਕੇ ਦੱਸੋ ਕਿੰਨਾ? ਇਹ ਖਿਡਾਰੀ ਕਿੰਨੀ ਵਾਰ ਆਊਟ ਹੋਇਆ ਹੈ? 46 ਵਾਰ। ਤੁਸੀਂ ਕਹੋਗੇ ਸਾਰੇ ਲੌਜਿਕ ਕਿੱਥੋਂ ਆਇਆ? ਇਹ ਲੌਜਿਕ ਇੱਥੋਂ ਆਇਆ ਕਿ ਐਵਰੇਜ ਕੱਢਣ ਦਾ ਫਾਰਮੂਲਾ ਹੈ ਟੋਟਲ ਰਨ ਸਕੋਰਡ ਬਟੇ ਟੋਟਲ ਇਨਿੰਗਸ ਜਿੰਨਾ 'ਚ ਤੁਸੀਂ ਆਊਟ ਹੋਏ ਹੋ। ਇਹ ਲਾਇਆ ਫਾਰਮੂਲਾ, ਇੱਕ ਸਮਝਾਇਆ, ਬਾਕੀ ਸਾਰਿਆਂ ਤੇ ਲਾਤਾ। ਇਹਨੂੰ ਇਹਦੇ ਨਾਲ ਛੇਤੀ ਦੱਸੋਗੇ ਕਿੰਨਾ ਆ? 38। ਇਹ ਖਿਡਾਰੀ 38 ਇਨਿੰਗਸ 'ਚ ਆਊਟ ਹੋਇਆ। ਇਹ ਕਿੰਨੀਆਂ ਇਨਿੰਗਸ 'ਚ ਆਊਟ ਹੋਇਆ? 35 ਇਨਿੰਗਸ 'ਚ ਆਊਟ ਹੋਇਆ। ਇਹ ਖਿਡਾਰੀ ਕਿੰਨੀਆਂ ਇਨਿੰਗਸ 'ਚ ਆਊਟ ਹੋਇਆ? ਕਿੰਨੀਆਂ? 34 ਇਨਿੰਗਸ 'ਚ। ਲਓ ਜੀ ਇਹ ਦੱਸੋ ਜਿਹੜਾ P1 ਖਿਡਾਰੀ ਸੀ ਇਹਦੀ ਕਿੰਨੀ ਵਾਰ ਮੈਚ ਖੇਡਣ ਦੀ ਵਾਰੀ ਆਈ ਸੀ? 48 ਵਾਰ। ਉਹਨਾਂ 'ਚੋਂ ਕਿੰਨੀ ਵਾਰ ਆਊਟ ਹੋ ਗਿਆ? ਕਿੰਨੀ ਵਾਰ ਨੋਟ ਆਊਟ ਗਿਆ? 3 ਵਾਰ। ਆ ਦੂਜਾ ਖਿਡਾਰੀ 50 ਮੈਚ ਖੇਡੇ। ਮੈਨੂੰ ਲੱਗਦਾ ਸ਼ੁਰੂ 'ਚ ਖੇਡਣ ਆਉਂਦਾ ਹੋਊਗਾ। 50 ਮੈਚ ਖੇਡੇ, ਹਰ ਵਾਰ ਵਾਰੀ ਆਈ ਆ। 50 ਦੀਆਂ 50 ਇਨਿੰਗਸ 'ਚ ਵਾਰੀ ਆਈ ਆ ਤੇ ਕਿੰਨੀਆਂ ਇਨਿੰਗਸ 'ਚ ਆਊਟ ਹੋਇਆ? 45। ਤੇ ਕਿੰਨੀਆਂ 'ਚ ਬਚ ਗਿਆ? 5 'ਚ ਨੋਟ ਆਊਟ ਗਿਆ। ਮਤਲਬ ਕਿ ਇਹਨੂੰ ਆਊਟ ਹੀ ਨਹੀਂ ਕਰ ਸਕੇ। P3 ਖਿਡਾਰੀ 46 ਮੈਚ ਖੇਡਿਆ। 46 ਦੀ 46 'ਚ ਵਾਰੀ ਆਈ ਆ। ਇਨਿੰਗ ਖੇਡਣ ਦਾ ਮਤਲਬ 46 'ਚ ਵਾਰੀ ਆਈ ਆ ਤੇ ਆਊਟ ਕਿੰਨੀਆਂ 'ਚ ਹੋਇਆ? 46 'ਚ। ਬਈ ਇਹ ਨਹੀਂ ਕਿਤੇ ਨੋਟ ਆਊਟ ਗਿਆ ਹਨਾ, 0। ਆ ਗੱਲ ਕਲੀਅਰ ਆ? P4 44 ਮੈਚ ਖੇਡੇ, 44 ਵਾਰੀਆਂ ਆਈਆਂ, ਆਊਟ ਕਿੰਨੀਆਂ 'ਚ ਹੋਇਆ? 38 'ਚ। ਤੇ ਕਿੰਨੀਆਂ 'ਚ ਨੋਟ ਆਊਟ ਗਿਆ? 6 'ਚ। ਇਹ ਤਗੜਾ ਖਿਡਾਰੀ ਆ ਕਿ ਬਈ 6 ਵਾਰੇ ਨੋਟ ਆਊਟ ਗਿਆ ਹੈ। P5 40 ਮੈਚ ਖੇਡੇ, ਕਿੰਨੀਆਂ ਇਨਿੰਗਸ ਖੇਡੀਆਂ? 38। ਕਿੰਨੀਆਂ 'ਚ ਨੋਟ ਆਊਟ ਗਿਆ? ਆਊਟ ਹੋਇਆ 35 'ਚ। ਕਿੰਨੀ ਵਾਰ ਨੋਟ ਆਊਟ ਗਿਆ ਹੈ? 3 ਵਾਰ। ਅਗਲਾ ਸਵਾਲ 42 ਮੈਚ ਖੇਡੇ ਆ, 40 ਇਨਿੰਗਸ, ਆਊਟ ਕਿੰਨੀਆਂ 'ਚ ਹੋਇਆ ਹੈ? 34। ਤੇ ਸਭ ਤੋਂ ਕਿੰਨੀ ਵਾਰ ਨੋਟ ਆਊਟ ਗਿਆ ਹੈ? 6 ਵਾਰ। ਸਭ ਤੋਂ ਵੱਧ ਵਾਰ ਨੋਟ ਆਊਟ ਕਿਹੜਾ ਬੰਦਾ ਗਿਆ ਹੈ? ਸਵਾਲ ਇਹ ਆ ਸਭ ਤੋਂ ਵੱਧ ਵਾਰ ਨੋਟ ਆਊਟ ਗਿਆ ਹੈ ਜਾਂ ਤਾਂ P4 ਤੇ ਜਾਂ P6। ਦੋ ਆਪਸ਼ਨਸ ਹੋਣਗੇ, P4 ਤੇ P6। ਪਰ P4 ਆਪਸ਼ਨ 'ਚ ਹੀ ਹੈ ਨਹੀਂ ਤੇ ਆਨਸਰ ਕੀ ਆ ਗਿਆ? P6। ਮਤਲਬ ਸਮਝ ਗਏ ਨਾ? ਵੈਸੇ ਦੇਖੋ P4 ਵੀ 6 ਵਾਰ ਨੋਟ ਆਊਟ ਗਿਆ ਹੈ। ਸਭ ਤੋਂ ਵੱਧ ਵਾਰ ਨੋਟ ਆਊਟ ਹੋਣ ਦਾ ਮਤਲਬ ਸਭ ਤੋਂ ਵੱਧ ਵਾਰ ਬਿਨਾਂ ਆਊਟ ਹੋਏ ਜਾਣਾ, ਉਹਨੂੰ ਕਹਿੰਦੇ ਆ ਸਭ ਤੋਂ ਵੱਧ ਵਾਰ ਨੋਟ ਆਊਟ ਹੋਣਾ। ਸਵਾਲ ਲੱਗ ਗਿਆ ਪਤਾ ਨਾ? ਮਤਲਬ ਟੇਬਲ ਦੇ ਰੂਪ ਦੇ ਵਿੱਚ ਕੀਤੇ ਗਏ ਸਵਾਲਾਂ 'ਚ ਵੀ ਇੱਕ ਅਸਰ ਹੈਗਾ ਏ ਜੇ ਆਪਾਂ ਥੋੜਾ ਜਿਹਾ ਮਿਹਨਤ ਕਰੀਏ। ਕੱਲ ਸਾਰੇ ਸਵਾਲ ਕਰਾਂਗੇ ਆਪਾਂ, ਪਰ ਇਹ ਦੱਸੋ ਲੌਜਿਕ ਸਮਝ ਆਇਆ? ਇਹ ਸਵਾਲ ਪਿੱਛੇ ਜੇ ਕਿਸੇ ਪੇਪਰ 'ਚ PPSC ਨੇ ਪਾਏ ਸੀ। ਦੇਖੋ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਟੇਬਲ ਇਸ ਲੈਵਲ ਦੇ ਨਹੀਂ ਆਉਣਗੇ? ਦਿਮਾਗ ਖੋਲ ਕੇ ਬੈਠਣਾ ਪੈਣਾ ਆਪਾਂ ਨੂੰ। ਇਹ ਪਹਿਲਾ ਸਵਾਲ ਹੋ ਗਿਆ। ਹੁਣ ਇਸ ਸਵਾਲ ਦਾ ਆਨਸਰ ਆ D ਆਪਸ਼ਨ। ਠੀਕ ਆ? ਸੋ ਇਸੇ ਕਰਕੇ ਮੈਂ ਤੁਹਾਨੂੰ ਇਹ ਸ਼ੀਟ ਨਹੀਂ ਸੀ ਦੇ ਰਿਹਾ ਹਜੇ। ਹੁਣ ਪਹਿਲਾਂ ਇੱਥੇ ਆਨਸਰ ਕਰੈਕਟ ਹੋਣਗੇ। ਠੀਕ ਆ? ਕਿਉਂਕਿ ਆਨਸਰ ਲਾਉਣ ਲੱਗੇ ਤਾਂ ਇਹਨੇ ਦੇਖਿਆ ਨਹੀਂ, ਮੰਨਦਾ ਫਿਰ ਆਪਣੀ ਗਲਤੀ ਹੈ ਨਹੀਂ ਕਿ ਮੇਰੇ ਕੋਲ ਗਲਤੀ ਹੋਈ ਹੈ। ਤਾਂ ਖੈਰ ਹੁਣ ਮੈਂ ਦੁਬਾਰਾ ਐਡਿਟ ਕਰਵਾਉਂਗਾ, ਫਿਰ ਤੁਹਾਨੂੰ ਇਹ ਸ਼ੀਟ ਜਿਹੜੀ ਹੈ ਫਾਈਨਲੀ ਹੋ ਜਾਊਗੀ। ਆ ਗੱਲ ਕਲੀਅਰ ਹੋ ਗਈ? ਨੈਕਸਟ ਉਸ ਤੋਂ ਬਾਅਦ ਆ ਗਿਆ ਜੀ ਅਗਲਾ ਸਵਾਲ। ਸੇਮ ਸਵਾਲ ਉਹੀ ਆ। ਕਹਿੰਦਾ ਹੁਣ ਆ ਜਾਓ ਅਗਲਾ ਸਵਾਲ। ਪਲੀਜ਼ ਕਾਈਂਡਲੀ ਮੈਨੂੰ ਇਹ ਕਰਕੇ ਦਿਓ ਕਿਉਂਕਿ ਆਪਾਂ ਪੂਰਾ ਟਾਈਮ ਲੈ ਕੇ ਸਵਾਲ ਕਰ ਰਹੇ ਹਾਂ। ਕਹਿੰਦਾ ਜੇਕਰ ਐਵਰੇਜ ਇਸ ਆਧਾਰ ਤੇ ਕੈਲਕੂਲੇਟ ਕੀਤੀ ਜਾਵੇ ਕਿ ਉਸ ਬੰਦੇ ਨੇ ਕਿੰਨੇ ਮੈਚ ਖੇਡੇ ਆ। ਗੌਰ ਕਰਿਓ, ਰੂਲ ਬਦਲ ਕੇ ਉਹਨਾਂ ਨੇ। ਮੈਂ ਤਾਂ ਤੁਹਾਨੂੰ ਸ਼ੁਰੂ 'ਚ ਕ੍ਰਿਕਟ ਦੇ ਰੂਲ ਸਮਝਾਏ ਸੀ, ਪਰ ਪੇਪਰ ਪਾਉਣ ਵਾਲੇ ਨੂੰ ਕ੍ਰਿਕਟ ਦੇ ਰੂਲਾਂ ਨਾਲ ਕੋਈ ਮਤਲਬ ਨਹੀਂ। ਕਹਿੰਦਾ ਮੈਂ ਸੋਚ ਬਦਲਤੀ ਆਪਣੀ, ਜਿਹੜਾ ਵੀ ਬੰਦਾ ਹੈ। ਕਹਿੰਦਾ ਜੇਕਰ ਐਵਰੇਜ ਇਸ ਆਧਾਰ ਤੇ ਕੈਲਕੂਲੇਟ ਕੀਤੀ ਜਾਵੇ ਕਿ ਤੁਸੀਂ ਕਿੰਨੀਆਂ ਇਨਿੰਗਸ ਖੇਡੀਆਂ ਹੈ। ਇਨਿੰਗਸ ਮਤਲਬ ਪੰਜਾਬੀ 'ਚ ਕਹਿੰਦੇ ਆ ਕਿੰਨੀਆਂ ਪਾਰੀਆਂ ਖੇਡੀਆਂ, ਮੈਚ ਨਹੀਂ ਖੇਡੇ। ਇਨਿੰਗਸ ਖੇਡਣ ਦਾ ਮਤਲਬ ਆ ਕਿੰਨੀ ਵਾਰ ਤੁਹਾਡੀ ਵਾਰੀ ਆਈ ਆ। ਕਹਿੰਦਾ ਫੇਰ ਦੱਸੋ ਕਿ ਸਭ ਤੋਂ ਵੱਧ ਐਵਰੇਜ ਦਾ ਬਦਲਾਵ, ਮਿਨੀਮਮ ਐਵਰੇਜ ਚੇਂਜ, ਸਭ ਤੋਂ ਘੱਟ ਔਸਤ ਦੇ ਵਿੱਚ ਕਿਹੜੇ ਖਿਡਾਰੀ ਦੀ ਔਸਤ 'ਚ ਫਰਕ ਆਊਗਾ। ਹੁਣ ਆ ਜਾਓ ਸਭ ਤੋਂ ਵੱਡੀ ਗੱਲ। ਲਓ ਜੀ ਮੈਨੂੰ ਇਹ ਦੱਸੋ P1 ਬੰਦੇ ਦੀ ਐਵਰੇਜ ਕੱਢਣੀ ਆ। ਤੁਸੀਂ ਕਹੋਗੇ ਸਰ 40 ਨਹੀਂ ਗੀ, ਰੂਲ ਬਦਲ ਗਿਆ ਹੁਣ। ਨਵੇਂ ਰੂਲ ਦੇ ਮੁਤਾਬਕ P1 ਦੀ ਐਵਰੇਜ ਕਿੰਨੀ ਆਊਗੀ? ਓਏ ਐਵਰੇਜ ਕੱਢਣ ਦਾ ਹੁਣ ਕੀ ਤਰੀਕਾ ਹੈ?
1800 ਬਟੇ 48 ਕਹਿੰਦਾ ਹੁਣ ਐਵਰੇਜ ਕੱਢੋ ਕਿ ਉਹਨੇ ਕਿੰਨੇ ਰਨ ਬਣਾਏ ਆ ਬਟੇ ਕਿੰਨੀਆਂ ਇਨਿੰਗਸ ਖੇਡੀਆਂ ਤਾਂ ਦੱਸੋਗੇ 1800 ਬਟੇ 48 ਕਿੰਨਾ ਆ 37.5 ਇਹ P1 ਦੀ ਐਵਰੇਜ ਆ ਗਈ ਤੁਹਾਡੇ ਸਾਹਮਣੇ ਆ। ਉਹਨਾਂ ਨੇ ਆਪ ਕਿਹਾ ਕਿ ਹੁਣ ਐਵਰੇਜ ਕੱਢਣ ਦਾ ਰੂਲ ਬਦਲ ਗਿਆ ਹੈ। ਹੁਣ ਐਵਰੇਜ ਕੱਢਣ ਦਾ ਰੂਲ ਆ ਕਿ ਕਿੰਨੇ ਰਨ ਬਣਾਏ ਆ ਬਟੇ ਕਿੰਨੀਆਂ ਇਨਿੰਗਸ ਖੇਡੀਆਂ। ਹੁਣ ਮੈਨੂੰ P2 ਦੀ ਐਵਰੇਜ 2034 ਬਟੇ 50 ਕਿੰਨੀ 40.6 ਇਹ B ਦੀ ਐਵਰੇਜ ਆ ਗਈ। ਅਗਲੀ ਦੀ ਦੱਸੋ 36 ਚਲੋ ਜੀ ਆਨਸਰ ਤੇ ਆ ਗਿਆ 36.5 D ਦੀ ਐਵਰੇਜ ਕਿੰਨੀ ਆਈ ਆ 34.9 ਤੇ P5 ਦੀ ਐਵਰੇਜ ਕਿੰਨੀ ਆਈ ਹੈ 47.5 ਤੇ D ਦੀ ਐਵਰੇਜ ਕਿੰਨੀ ਆਈ ਹੈ ਕਿੰਨੀ 36.1 ਆਨਸਰ ਦੱਸੋ ਕੀ ਹੈ ਹਾਂਜੀ P3 ਕਿ P6 ਸਵਾਲ ਕੀ ਪੁੱਛਿਆ ਉਹਨਾਂ ਨੇ ਜੇ ਤਾਂ ਪੁੱਛਿਆ ਹੁੰਦਾ ਕਿ ਜੇ ਆਪਾਂ ਇਨਿੰਗਸ ਨੂੰ ਇਨਿੰਗਸ ਦੇ ਹਿਸਾਬ ਨਾਲ ਐਵਰੇਜ ਕੱਢੀਏ ਤਾਂ ਸਭ ਤੋਂ ਘੱਟ ਐਵਰੇਜ ਕਿਹਦੀ ਆਈ ਆ ਤਾਂ ਬਿਨਾਂ ਸੋਚੇ ਆਨਸਰ P6 ਆ ਜਾਂਦਾ ਪਰ ਉਹਨਾਂ ਨੇ ਬੜੀ ਚਲਾਕੀ ਨਾਲ ਪੁੱਛਿਆ ਕਿ ਸਭ ਤੋਂ ਘੱਟ ਬਦਲਾਵ ਚੇਂਜ ਸ਼ਬਦ ਆਇਆ ਨਾ ਇੱਕ ਕਿ ਸਭ ਤੋਂ ਘੱਟ ਬਦਲਾਵ ਕਿਹਦੇ ਖਿਡਾਰੀ ਦੀ ਐਵਰੇਜ ਚ ਆਇਆ ਹੈ P3 ਦੀ ਐਵਰੇਜ ਚ ਸਭ ਤੋਂ ਘੱਟ ਬਦਲਾਵ ਪਤਾ ਕਿਉਂ ਆਇਆ ਹੈ ਚੇਂਜ ਹੀ ਨਹੀਂ ਹੋਇਆ ਪਹਿਲਾਂ ਵੀ ਐਵਰੇਜ ਕਿੰਨੀ ਸੀ 36.5 ਤੇ ਹੁਣ ਵੀ ਐਵਰੇਜ ਕਿੰਨੀ ਆ 36.5 ਇਟ ਮੀਨਸ ਸਭ ਤੋਂ ਘੱਟ ਚੇਂਜ ਕਿਸ ਬੰਦੇ ਦੀ ਔਸਤ ਚ ਦੇਖਣ ਨੂੰ ਮਿਲ ਰਿਹਾ ਹੈ P3 ਸੋ ਆਪਸ਼ਨ ਕਿਹੜਾ ਆ ਗਿਆ B ਲਓ ਜੀ ਇਸ ਸਵਾਲ ਦਾ ਆਨਸਰ ਕਰ ਦਿਓ ਜੀ ਕੀ B ਠੀਕ ਹੈ ਮਤਲਬ ਕਿ ਕੁਝ ਸਵਾਲ ਇਹੋ ਜਿਹੇ ਆ ਇਹਨਾਂ ਦੇ ਸਾਰਿਆਂ ਦੇ ਆਨਸਰ ਗਲਤ ਮਿਲਣਗੇ ਤੁਹਾਨੂੰ ਇਹਦਾ ਆਨਸਰ ਕਿੰਨਾ ਆ ਗਿਆ ਜੀ B ਕਲੀਅਰ ਹੈ ਗੱਲ ਨੈਕਸਟ ਉਸ ਤੋਂ ਬਾਅਦ ਐਂਡ ਪਲੀਜ਼ ਇਹ ਜਿਹੜਾ ਇਨਿੰਗ ਵਾਲਾ ਸਵਾਲ ਆ ਨਾ ਇਹਦੇ ਆਪਾਂ ਕਿੰਨੇ ਸਵਾਲ ਕੱਢੇ ਆ 2 ਪਹਿਲੇ ਦਾ ਆਨਸਰ ਕੀ ਆ ਆਪਣਾ D ਦੂਜੇ ਦਾ B ਪਲੀਜ਼ ਇਹ ਨੋਟ ਕਰਿਓ ਇੱਕ ਜਾਣਾ ਕਿਉਂਕਿ ਮੈਂ ਇਹੀ ਆਨਸਰ ਉੱਥੇ ਜਾ ਕੇ ਇਨਿੰਗਸ ਵਾਲੇ ਦੇ ਚੇਂਜ ਕਰਾਉਣੇ ਆ ਲਓ ਜੀ ਅਗਲਾ ਸਵਾਲ ਆ ਗਿਆ ਠੀਕ ਆ ਅਗਲੇ ਸਵਾਲ ਦੇ ਵੀ ਆਪਾਂ ਨੂੰ ਆਨਸਰ ਗਲਤੀ ਮਿਲਣਗੇ ਉਹ ਵੀ ਠੀਕ ਕਰਾਉਣੇ ਆ ਖੈਰ ਇਹ ਦੱਸੋ ਅਗਲੇ ਸਵਾਲ ਤੇ ਆ ਜਾਓ ਕਹਿੰਦਾ ਹਾਊ ਮੈਨੀ ਬੈਟਸਮੈਨ ਗੋਟ ਆਊਟ ਇਨ ਆਲ ਇਨਿੰਗਸ ਪਲੇਡ ਕਿ ਉਹ ਕਿਹੜਾ ਖਿਡਾਰੀ ਆ ਜਿਹੜਾ ਸਾਰੇ ਮੈਚਾਂ ਸਾਰੀਆਂ ਇਨਿੰਗਸ ਚ ਆਊਟ ਹੋ ਕੇ ਗਿਆ ਹੈ ਇਸ ਸਵਾਲ ਵਾਸਤੇ ਆਪਾਂ ਨੂੰ ਆ ਉੱਪਰਲਾ ਟੇਬਲ ਹੀ ਆਪਣਾ ਕੰਮ ਚਲਾ ਦੂਗਾ ਆ ਵਾਲਾ ਆ ਦੱਸੋ ਜੀ ਹੁਣ ਇੱਕ ਗੱਲ ਦੱਸੋ P1 ਜਿਹੜਾ ਹੈ ਉਹ ਕਿੰਨਿਆਂ ਚ ਨੋਟ ਆਊਟ ਗਿਆ ਸੀ 3 ਚ P2 5 ਚ ਤੇ P3 0 ਚ ਉਹਨਾਂ ਨੇ ਇਹੀ ਪੁੱਛਿਆ ਨਾ ਕਿ ਕਿਹੜਾ ਖਿਡਾਰੀ ਕੀ ਗਿਆ ਹੈ ਸਭ ਤੋਂ ਘੱਟ ਵਾਰ ਮਤਲਬ ਕਿ ਜਿਹੜਾ ਖਿਡਾਰੀ ਸਾਰਿਆਂ ਚ ਆਊਟ ਹੋਇਆ ਸਾਰਿਆਂ ਚ ਆਊਟ ਹੋਣ ਦਾ ਮਤਲਬ ਆ ਕਿਸੇ ਵੀ ਇਨਿੰਗ ਚ ਨੋਟ ਆਊਟ ਨਾ ਜਾਣਾ ਤੇ ਉਹ ਕਿਹੜਾ ਖਿਡਾਰੀ ਆ ਭਲਾ P3 ਕਿਉਂਕਿ 46 ਮੈਚਾਂ ਚ ਉਹਦੀ ਵਾਰੀ ਆਈ ਆ 46 ਦੀਆਂ 46 ਇਨਿੰਗਸ ਖੇਡਿਆ ਇਹਦਾ ਮਤਲਬ ਉਹ ਨੋਟ ਆਊਟ ਗਿਆ ਨੋਟ ਆਊਟ ਗਿਆ ਹੀ ਨਹੀਂ ਕਦੀ ਤਾਂ ਉਹ ਕਿਹੜਾ ਖਿਡਾਰੀ ਆ ਭਲਾ P3 ਲਓ ਜੀ ਤੀਸਰਾ ਸਵਾਲ ਜਿਹੜਾ ਹੈ ਇਹ ਮੀਨਸ ਕਿ ਜਿਹੜਾ ਆਪਣਾ ਆਹ ਸਵਾਲ ਸੀਗਾ ਇਸ ਸਵਾਲ ਦਾ ਆਨਸਰ ਕੀ ਲਿਖਿਆ ਉਹਨਾਂ ਨੇ ਨਹੀਂ ਉਹਨਾਂ ਨੇ ਪੁੱਛਿਆ ਹਾਊ ਮੈਨੀ ਆਫ ਦੀ ਬੈਟਸਮੈਨ ਗੋਟ ਆਊਟ ਇਨ ਆਲ ਇਨਿੰਗਸ ਕਿੰਨੇ ਖਿਡਾਰੀ ਆ P3 ਸੀ ਕਿ ਹੋਰ ਕੋਈ ਵੀ ਸੀਗਾ P3 ਇਹਦਾ ਮਤਲਬ ਉਹ ਕਿੰਨੇ ਖਿਡਾਰੀ ਆ ਜਿਹੜੇ ਸਾਰੇ ਮੈਚਾਂ 'ਚ ਆਊਟ ਹੋਏ ਆ ਸਿਰਫ ਇੱਕ ਉਹ ਵੀ ਕਿਹੜਾ P3 ਸੋ ਇਸ ਸਵਾਲ ਦਾ ਆਨਸਰ ਕੀ ਆ ਗਿਆ B ਆਨਸਰ ਆ ਗਿਆ ਲਓ ਜੀ ਇਸ ਸਵਾਲ ਦਾ ਆਨਸਰ ਕੀ ਆ ਜੀ B ਆ ਠੀਕ ਹੈ ਨੈਕਸਟ ਉਸ ਤੋਂ ਬਾਅਦ ਆ ਜਾਓ ਜੀ ਅਗਲੇ ਸਵਾਲ ਤੇ ਕਾਈਂਡਲੀ ਇਸ ਸਵਾਲ ਦਾ ਜਵਾਬ ਦਿਓ ਕਹਿੰਦਾ ਸੌਰੀ ਖਤਮ ਬਸ ਇਹੀ ਸੀਗੇ ਸਵਾਲ ਲਓ ਜੀ ਹੁਣ ਅਗਲੇ ਸਵਾਲ ਤੇ ਆ ਜਾਓ ਇਹ ਅਗਲਾ ਆਪਣੇ ਕੋਲੋਂ ਆ ਮਤਲਬ ਕਿ ਟੇਬਲ ਆ ਗਿਆ ਤੁਹਾਡੇ ਸਾਹਮਣੇ ਆ ਨਵਾਂ ਟੇਬਲ ਇਹ ਵੀ ਸਵਾਲ ਪੇਪਰ 'ਚ ਆਇਆ ਹੋਇਆ ਹੈ ਤੇ ਇਸ ਸਵਾਲ ਤੋਂ ਮੈਨੂੰ ਸਭ ਤੋਂ ਵੱਧ ਦਿੱਕਤ ਪਤਾ ਕੀ ਆ ਸਵਾਲ ਬੇਹੱਦ ਸੌਖਾ ਸੀਗਾ ਪਰ ਇਸ ਸਵਾਲ ਦੇ ਵਿੱਚ ਕੈਲਕੂਲੇਸ਼ਨਸ ਬਹੁਤ ਭੈੜੀਆਂ ਸੀ ਤੇ ਪੇਪਰ ਦਾ ਸਵਾਲ ਆ ਇਹਨੂੰ ਇਹ ਵੀ ਨਹੀਂ ਕਹਿ ਸਕਦਾ ਕਿ ਯਾਰ ਇਹੋ ਜਿਹੇ ਸਵਾਲ ਤਾਂ ਕਿਤਾਬਾਂ 'ਚ ਹੁੰਦੇ ਆ ਪੇਪਰਾਂ 'ਚ ਨਹੀਂ ਹੁੰਦੇ ਐਗਜ਼ੈਕਟਲੀ ਪੇਪਰਾਂ 'ਚ ਵੀ ਇਹ ਸਵਾਲ ਆਇਆ ਹੋਇਆ ਹੈ ਲਓ ਜੀ ਕਿਸੇ ਨੇ ਕਿਹਾ ਕਿ BMI is defined as mass of person ਕਿਸੇ ਸ਼ਖਸ ਦੇ ਪੁੰਜ ਨੂੰ ਉਸ ਸ਼ਖਸ ਦੀ ਉਚਾਈ ਦੇ ਵਰਗ ਨਾਲ ਭਾਗ ਕਰ ਦਿੱਤਾ ਜਾਵੇ ਸਪੋਜ਼ ਕਰੋ ਕਿਸੇ ਬੰਦੇ ਦਾ ਭਾਰ 80 ਕਿਲੋ ਆ ਤੇ ਉਹਦੀ ਹਾਈਟ ਜਿਹੜੀ ਮੀਟਰਾਂ ਦੇ ਵਿੱਚ ਜੇ ਉਹਦੀ ਹਾਈਟ 2 ਮੀਟਰ ਆ ਤਾਂ 80/2 ਦਾ ਸਕੁਅਰ ਭਾਰ ਕਿਲੋਆਂ ਚ ਲਓ ਹਾਈਟ ਜੇ ਉਹਦੀ 2 ਮੀਟਰ ਆ ਤੇ ਉਹਦੇ 80/2 ਦਾ ਸਕੁਅਰ ਉਹਨਾਂ ਨੇ ਆਪ ਹੀ ਫਾਰਮੂਲਾ ਦੱਸਿਆ ਕਹਿੰਦੇ ਇਹਨੂੰ ਕਹਿੰਦੇ ਆ BMI ਡੈਫੀਨੇਸ਼ਨ ਦੇਤੀ ਕਿ BMI ਦਾ ਮਤਲਬ ਹੁੰਦਾ ਹੈ ਕਿ ਬੰਦੇ ਦਾ weight ਜੋ ਕਿਲੋਆਂ 'ਚ ਹੋਵੇ ਤੇ ਹਾਈਟ ਕਿਹਦੇ 'ਚ ਹੋਵੇ ਭਲਾ ਮੀਟਰਾਂ 'ਚ ਤੇ ਉਸ ਹਾਈਟ ਦਾ ਕੀ ਕਰੋ ਸਕੁਅਰ ਕਰ ਦੋ ਇਹ ਹੋਊਗਾ ਬੋਡੀ ਮਾਸ ਇੰਡੈਕਸ ਉਹਨਾਂ ਨੇ ਕਹਿਦਾ ਆਪਾਂ ਕਿਹੜਾ ਸਾਇੰਸ ਪੜ੍ਹ ਰਹੇ ਹਾਂ ਤਾਂ ਨਾ ਹੀ ਮੈਨੂੰ ਬੋਡੀ ਮਾਸ ਇੰਡੈਕਸ ਨਾਲ ਕੋਈ ਬਹੁਤਾ ਜ਼ਿਆਦਾ ਮਤਲਬ ਆ ਮੈਨੂੰ ਤਾਂ ਇੱਕ ਫਾਰਮੂਲਾ ਦੱਸਿਆ
ਸਵਾਲ ਬਸ ਇਹ ਆ, ਕਹਿੰਦੇ ਇਹ 4 ਜਣੇ ਆ, ਇਹਨਾਂ 4 ਜਣਿਆਂ ਚੋਂ ਕਿਹਦਾ BMI ਸਭ ਤੋਂ ਵੱਧ ਆ, A B ਕਿ C ਕਿ D। ਮਤਲਬ ਇਸ ਸਵਾਲ 'ਚ ਸਮਝ ਗਏ ਕੀ ਆ ਗਿਆ। ਇਸ ਪਹਿਲੇ ਬੰਦੇ A ਦਾ ਕੱਢੋ, A ਬੰਦੇ ਦਾ ਭਾਰ ਕਿੰਨਾ ਹੈ 45, ਕਿੰਨਾ ਹੈ 45, ਇਹਨੂੰ ਕਿਹਦੇ ਨਾਲ ਡਿਵਾਈਡ ਕਰਨਾ ਹੈ 1.45 ਦੇ ਸਕੁਅਰ ਨਾਲ। ਦੂਸਰਾ B ਆ, ਤੀਸਰਾ C ਆ, ਚੌਥਾ D ਆ। ਲਓ ਜੀ ਇੱਕ ਜਣਾ ਇਹ ਕਰਕੇ ਦਿਓ ਮੈਨੂੰ, ਇਹਦਾ ਆਨਸਰ ਦੱਸ ਦਿਓ। ਦੂਜਾ ਜਣਾ, ਕਿਉਂਕਿ ਆਪਣੀ ਪ੍ਰੋਬਲਮ ਇਹ ਵੀ ਹੈ ਨਾ ਕਿ ਆਪਾਂ ਆਪਣੇ ਆਨਸਰ ਵੀ ਕ੍ਰਾਸ ਚੈੱਕ ਕਰਨੇ ਆ, ਇਸ ਕਰਕੇ ਆਪਾਂ ਗਲਤੀ ਵੀ ਨਹੀਂ ਕਰ ਸਕਦੇ। ਇੱਕ ਜਣਾ ਮੈਨੂੰ ਆਹ ਦੱਸ ਦਿਓ ਕਿ ਤੀਸਰੇ ਦਾ ਇਹ 55/1.55 ਦਾ ਸਕੁਅਰ, ਤੇ ਚੌਥਾ ਕੀ ਆ D 60/1.7 ਦਾ ਸਕੁਅਰ। ਲਓ ਜੀ ਪਹਿਲੇ ਵਾਲੇ ਦਾ ਆਨਸਰ ਕੀ ਆਇਆ, ਹਾਂਜੀ 21.40। ਕਾਈਂਡਲੀ ਇਹ ਦੱਸੋ ਕਿ ਦੂਜੇ ਵਾਲੇ ਦਾ ਆਨਸਰ ਕੀ ਆਇਆ, ਹਾਂਜੀ ਇਹਦਾ 22.22। ਹਾਂ ਪੁਆਇੰਟ ਤੋਂ ਬਾਅਦ ਮੈਨੂੰ ਐਵੇਂ ਹੀ ਦੱਸ ਦਿਓ ਕਿ ਨੰਬਰਾਂ ਤੋਂ ਬਾਅਦ 55 ਵਾਲੇ ਦਾ ਆਨਸਰ ਕਿੰਨਾ ਆਇਆ, 55/1.55 ਜਿਹੜਾ 1.55 ਦਾ ਵਰਗ ਕਿੰਨਾ ਹੈ 55/1.55 ਦਾ ਸਕੁਅਰ 22.89। ਆ ਲਓ ਜੀ ਆ ਗਿਆ। ਤੇ ਅਗਲੇ ਦਾ ਕਿੰਨਾ ਆਇਆ, ਕਿੰਨਾ 20.76। ਉਹਨਾਂ ਨੇ ਸਭ ਤੋਂ ਵੱਧ ਪੁੱਛਿਆ ਸੀ ਕਿ ਸਭ ਤੋਂ ਘੱਟ, ਸਭ ਤੋਂ ਵੱਧ ਕਿਹਦਾ ਹੈ, ਸਭ ਤੋਂ ਵੱਧ 55 ਵਾਲੇ ਦਾ ਹੀ ਆ। ਹਾਂਜੀ ਨਹੀਂ ਇੰਨਾ ਕਾਹਨੂੰ ਤੰਗ ਹੋਣਾ, ਆਪਾਂ ਤੇ ABCD ਦਾ ਹੀ ਪੁੱਛਿਆ ਉਹਨਾਂ ਨੇ, 4 ਆਪਸ਼ਨਸ 'ਚ ABCD ਆ। ਇਹਨਾਂ 'ਚ ਸਭ ਤੋਂ ਵੱਧ ਕਿਹਦਾ ਲੱਗਦਾ ਤੁਹਾਨੂੰ, ਇਹਦਾ 55 ਵਾਲੇ ਦਾ ਹੀ ਆ, ਇਹਦਾ ਹੀ ਆ। ਇਹ ਕਿਹੜਾ C ਆ ਕਿ D ਹੈ, C। ਸੋ ਇਸ ਸਵਾਲ ਦਾ ਆਨਸਰ ਆ ਜੀ C। ਚਲੋ ਸ਼ੁਕਰ ਆ, ਠੀਕ ਆ। ਸੋ ਇਸ ਸਵਾਲ ਦਾ ਆਨਸਰ ਆ ਗਿਆ ਜੀ C। ਨੈਕਸਟ ਹੁਣ ਅਗਲੇ ਸਵਾਲ ਤੇ ਆ ਜਾਓ, ਕਰਦੇ ਹਾਂ ਆਪਾਂ। ਪਹਿਲਾਂ ਆਪਾਂ ਦੇਖੋ, ਆਪਾਂ ਨੂੰ ਇਹ ਆ ਕਿ ਆਪਾਂ ਕਲੀਅਰ ਕਰਨਾ ਹੈ। ਆਹ ਸਵਾਲ ਆ ਜੀ ਹੁਣ ਅੱਗੇ, ਇਹ ਕਰਕੇ ਦਿਓ। ਹੁਣ ਥੋੜਾ ਜਿਹਾ ਦਿਮਾਗ ਲਾ ਲਓ, ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਲੱਗਦਾ ਹੁੰਦਾ ਕਿ ਹਾਂ ਆਪਾਂ ਨੂੰ ਆ ਪਤਾ ਹੋਵੇ ਬਸ। ਇੱਕ ਚੀਜ਼ 10%, ਮਾਸ ਵੀ 10% ਵਧਾਤਾ ਤੇ ਹਾਈਟ ਵੀ 10% ਵਧਾਤੀ ਹੈ, ਮਤਲਬ ਉਚਾਈ ਤੇ ਪੁੰਜ 10% ਵਾਧਾ ਕਰਤਾ। ਦੇਖੋ ਦੇਖੋ ਇੱਕ ਗੱਲ ਦੇਖੋ, ਮੰਨ ਲਓ ਜਿਹੜਾ ਪਹਿਲਾਂ BMI ਆ ਉਹ ਆਇਆ ਕਿੰਨਾ ਹੋਊਗਾ, ਮਤਲਬ ਕਿ ਇੱਕ ਬੰਦੇ ਦਾ ਭਾਰ ਆ, ਭਾਰ ਨੂੰ ਮੈਂ M ਲਿਖਤਾ, ਪੁੰਜ ਮਤਲਬ ਇੰਗਲਿਸ਼ ਨਾ M ਮਤਲਬ ਮਾਸ ਹੁੰਦਾ ਹੈ, ਮੈਂ ਮਾਸ ਲਿਖਤਾ। ਦੂਜੇ ਪਾਸੇ ਕੀ ਲਿਖਤੀ, ਉਹਦੀ ਹਾਈਟ H। ਪਹਿਲਾਂ ਵਾਲਾ BMI ਜਿਹੜਾ ਹੈ ਉਹਦੇ ਵਾਸਤੇ ਮੈਂ ਨਾਮ ਦੱਸਿਆ B, ਮਤਲਬ ਪਹਿਲਾਂ BMI ਆਉਣਾ ਸੀ M/H ਦਾ ਸਕੁਅਰ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਜੇ ਸਵਾਲ ਦਾ ਪਰਸੈਂਟੇਜ ਇਨਕਰੀਜ਼ ਡਿਕਰੀਜ਼ ਸਾਨੂੰ ਪਰਸੈਂਟੇਜ ਦੇ ਵਿੱਚ ਦਿੱਤਾ ਹੋਵੇ ਨਾ, ਤਾਂ ਸਾਨੂੰ ਪੁਰਾਣੇ ਨੂੰ ਲਿਖਣ ਦੀ ਲੋੜ ਨਹੀਂ। ਹਾਂ ਇੱਕ ਬੜੀ ਸਿੰਪਲ ਜੀ ਗੱਲ ਆ, ਪਲੀਜ਼ ਕਾਈਂਡਲੀ ਸਮਝਣ ਦੀ ਕੋਸ਼ਿਸ਼ ਕਰਿਓ। ਉਹਦਾ ਮਾਸ ਕਿੰਨੇ % ਵਧਾਇਆ ਹੈ, 10%। ਕੋਈ ਚੀਜ਼ 10, ਜਿਹੜੇ ਬੱਚੇ ਨੇ ਮੇਰੇ ਤੋਂ ਪਰਸੈਂਟੇਜ ਪੜ੍ਹਿਆ ਹੈ, ਪਰਸੈਂਟੇਜ ਵਾਲੇ ਚੈਪਟਰ 'ਚ ਮੈਂ ਬੜੀ ਬੇਸਿਕ ਦੀ ਇੱਕ ਗੱਲ ਸਮਝਾਈ ਹੈ ਕਿ ਕੋਈ ਵੀ ਚੀਜ਼ 10% ਵੱਧ ਜੇ ਇਹਦਾ ਮਤਲਬ ਉਹ 110% ਹੋ ਜਾਂਦੀ ਹੈ। ਇਹਦਾ ਮਤਲਬ M ਜਿਹੜਾ ਹੈ ਉਹ ਪਹਿਲਾਂ ਨਾਲੋਂ ਕਿੰਨੇ % ਹੋ ਗਿਆ, 110%। ਕੋਈ ਚੀਜ਼ 20% ਵਧੇ ਉਹ 120% ਹੋ ਜਾਂਦੀ ਹੈ। ਤੇ 110% ਦਾ ਮਤਲਬ ਹੁੰਦਾ ਹੈ 110/100। ਜੇ ਪਹਿਲਾ ਮਾਸ M ਸੀਗਾ, ਹੁਣ 110/100 ਦਾ ਮਤਲਬ M ਗੁਣਾ ਇੰਨਾ ਹੋ ਗਿਆ। ਪਹਿਲਾਂ ਹਾਈਟ ਜੇ H ਸੀਗੀ ਤਾਂ ਹੁਣ ਹਾਈਟ ਕਿੰਨੀ ਹੋ ਗਈ, H ਗੁਣਾ 1.1। ਆਹੀ ਆ ਬਸ, ਫਰਕ ਇਹ ਆ ਕਿ ਮਾਸ ਓਨਾ ਹੀ ਰਿਹਾ ਤੇ ਆਹ ਹਾਈਟ ਜਿਹੜੀ ਆ ਇਹ ਪਹਿਲਾਂ ਨਾਲੋਂ ਕੀ ਹੋ ਗਈ ਆ, ਕੇਅਰ ਫਾਰਮੂਲੇ 'ਚ ਤੇ ਆਹੀ ਆ। ਇਹ ਪਹਿਲਾਂ ਵਾਲਾ ਸੀਗਾ, ਇਹ ਹੁਣ ਵਾਲਾ ਹੈ। ਜਿਹੜਾ ਹੁਣ ਵਾਲਾ ਹੈ ਆਪਣਾ ਬੋਡੀ ਮਾਸ ਇੰਡੈਕਸ, ਉਹਦਾ ਨਾਮ ਮੈਂ ਰੱਖਤਾ ਵੱਡਾ B। ਪੁਰਾਣੇ ਵਾਲੇ ਦਾ ਨਾਮ ਕੀ ਸੀਗਾ, B, ਕਿਉਂਕਿ ਪੁਰਾਣੇ ਵਾਲਾ ਮਾਸ M ਸੀਗਾ, ਭਾਰ M ਸੀ ਤੇ ਉਚਾਈ H ਸੀ, ਤਾਂ ਪਹਿਲਾਂ ਵਾਲਾ ਆ ਗਿਆ M/H ਸਕੁਅਰ। ਫਾਰਮੂਲਾ ਲਾਤਾ। ਮੈਂ ਵਿੱਚ ਨੰਬਰ ਵੀ ਨਹੀਂ ਪਾਏ, ਜੇ ਤੁਸੀਂ ਨੰਬਰਸ ਪਾ ਕੇ ਵੀ ਕੈਲਕੂਲੇਟ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਲਿਓ।
ਦੂਜੇ ਵਾਲੇ 'ਚ ਕੁਝ ਨਹੀਂ ਕੀਤਾ, ਮਾਸ ਪਹਿਲਾਂ ਨਾਲੋਂ 1.1 ਗੁਣਾ ਵੱਧ ਗਿਆ, ਹਾਈਟ ਵੀ 1.1 ਗੁਣਾ ਵੱਧ ਗਈ। 10% ਵਧਣ ਨਾਲ ਕੋਈ ਚੀਜ਼ 1.1 ਗੁਣਾ ਵੱਧਦੀ ਆ। ਬੇਸਿਕ ਪਰਸੈਂਟੇਜ ਦੀ ਕੈਲਕੂਲੇਸ਼ਨ ਆ ਜਿਹੜੀ ਮੈਂ ਪਰਸੈਂਟੇਜ ਦੀਆਂ 6 ਵੀਡੀਓਜ਼ ਜਾਂ ਜਿੰਨੇ ਵੀ ਆਪਾਂ ਲੈਕਚਰ ਲਾਏ ਆ ਬੜੀ ਡਿਟੇਲ 'ਚ ਦੱਸੀ ਆ ਮੈਂ। ਆ ਲਓ ਜੀ, ਇਹ ਤਾਂ ਆਪਾਂ ਨੂੰ ਸਮਝ ਆ ਗਿਆ ਕਿ 1.1 ਗੁਣਾ 5 ਆ ਥੱਲੇ ਵਾਲਾ 1.1 ਜਿਹੜਾ ਹੈ ਇਹਨੂੰ 2 ਵਾਰ ਲਿਖ ਲਿਆ ਮੈਂ। ਕਿਸੇ ਨੂੰ ਕੋਈ ਡਾਊਟ ਤਾਂ ਨਹੀਂ, ਕਿਉਂਕਿ ਸਕੇਅਰ ਕਰਨ ਦਾ ਮਤਲਬ 2 ਵਾਰ ਲਿਖ ਲੈਣਾ, ਨਾਲ ਐਚ ਦੇ ਉੱਪਰ ਸਕੇਅਰ ਆ, ਇੱਕ ਵਾਰ ਤਾਂ ਕੱਟਿਆ ਹੀ ਗਿਆ। ਇਹਦਾ ਮਤਲਬ ਜਿਹੜਾ ਨਵੇਂ ਵਾਲਾ ਬੋਡੀ ਇੰਡੈਕਸ ਆ ਵੱਡਾ B ਉਹ ਆਇਆ ਪਤਾ ਕਿੰਨਾ, M ਵੀ ਉਹੀ ਆ, H ਸਕੇਅਰ ਵੀ ਉਹੀ ਆ। ਆ 1.1 ਦਾ ਮਤਲਬ ਹੁੰਦਾ ਹੈ 11/10 ਤੇ 11/10 ਦਾ ਮਤਲਬ ਹੁੰਦਾ 11 ਥੱਲੇ ਤੇ 10 ਕਿੱਥੇ ਆ ਜੀ, ਉੱਪਰ। ਤੁਸੀਂ ਨੋਟਿਸ ਕਰੋ, ਜੇ ਕੋਈ ਮੈਨੂੰ ਕਵੇ ਕਿ ਸਰ ਵੱਡੇ B ਦੀ ਵੈਲਿਊ ਕਿੰਨੀ ਆਈ ਆ, ਤੁਸੀਂ ਕਹੋਗੇ ਸਰ M/H ਸਕੇਅਰ ਤਾਂ ਛੋਟੇ B ਦੀ ਵੈਲਿਊ ਹੀ ਸੀਗੀ। M/H ਸਕੇਅਰ ਵੈਲਿਊ ਕਿਹਦੀ ਸੀ ਭਲਾ, ਛੋਟੇ B ਦੀ। ਇਹਦਾ ਮਤਲਬ ਵੱਡੇ ਵਾਲਾ B ਜਿਹੜਾ ਨਵੇਂ ਵਾਲਾ ਬੋਡੀ ਇੰਡੈਕਸ ਆ ਉਹ 10/11 ਗੁਣਾ ਹੋ ਗਿਆ ਇਹਦੇ ਨਾਲੋਂ, ਪੁਰਾਣੇ ਵਾਲੇ ਨਾਲੋਂ। ਬਸ ਆਹ ਕਹਾਣੀ ਆ। ਹੁਣ ਇੱਕ ਗੱਲ ਦੇਖੋ, ਇਹ ਨਵਾਂ ਬੋਡੀ ਇੰਡੈਕਸ ਆ ਤੇ ਛੋਟਾ B ਕਿਹੜਾ ਹੈ, ਪੁਰਾਣਾ। ਹੁਣ ਮੈਨੂੰ ਇਹ ਨਹੀਂ ਪਤਾ ਕਿ ਵਧਿਆ ਹੈ ਕਿ ਘਟਿਆ ਹੈ। ਜਿਹੜੇ ਬੱਚਿਆਂ ਨੂੰ ਤਾਂ ਪਤਾ ਲੱਗ ਗਿਆ ਕਿ ਜੇ ਡਿਨੋਮੀਨੇਟਰ ਵੱਡਾ ਹੋਵੇ, ਨਿਊਮੀਰੇਟਰ ਉੱਪਰਲਾ ਅੰਸ਼ ਛੋਟਾ ਹੋਵੇ, ਥੱਲੜਾ ਹਰ ਵੱਡਾ ਹੋਵੇ ਤਾਂ ਵੈਲਿਊ ਘਟ ਜਾਂਦੀ ਆ। ਜਿਹਨੂੰ ਮੇਰੇ ਵਰਗੇ ਨੂੰ ਨਹੀਂ ਵੀ ਪਤਾ ਲੱਗਿਆ ਉਹ ਵੀ ਕੋਈ ਚੱਕਰ ਨਹੀਂ, ਪਰ ਇਹ ਤਾਂ ਤੁਹਾਨੂੰ ਸਮਝ ਆ ਗਈ ਕਿ ਬਈ ਜੇ ਕੋਈ ਮੈਨੂੰ ਕਵੇ ਕਿ ਸਰ B/ ਛੋਟੇ B ਦੀ ਵੈਲਿਊ ਕਿੰਨੀ ਆ, 10/11 ਆਹੀ ਆ। ਇਹਦਾ ਮਤਲਬ ਇੰਨਾ ਤਾਂ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਕਿ ਜੇਕਰ B 11 ਹੋਵੇ ਤਾਂ ਵੱਡਾ B ਕਿੰਨਾ ਹੋਊਗਾ। ਜੇਕਰ B 11 ਹੋਵੇ, ਰੇਸ਼ੋ ਦੇ ਵਿੱਚ ਕਦੀ ਐਗਜ਼ੈਕਟ ਵੈਲਿਊ ਨਹੀਂ ਹੁੰਦੀ, ਰੇਸ਼ੋ ਹਮੇਸ਼ਾ ਹੀ ਇਹ ਕਹਿੰਦੀ ਹੈ, ਅਨੁਪਾਤ ਹਮੇਸ਼ਾ ਹੀ ਇਹ ਕਹਿੰਦਾ ਹੈ ਕਿ ਜੇ ਛੋਟਾ B 11 ਹੈ ਤੇ ਵੱਡਾ ਕੀ ਆ 10। ਰੇਸ਼ੋ ਦੇ ਹਿਸਾਬ ਨਾਲ ਦੇਖਿਆ ਜਾਵੇ ਕਿ ਜੇ ਛੋਟਾ B 11x ਤੇ ਵੱਡਾ ਕੀ ਆ 10x। ਇਹਦਾ ਮਤਲਬ ਸਮਝ ਆ ਗਈ ਕਿ ਜੇਕਰ ਛੋਟਾ B 11 ਹੋਵੇ ਤਾਂ ਵੱਡਾ B ਕਿੰਨਾ ਹੈ 10। ਆਹੀ ਆ ਮਤਲਬ, ਇਹ ਆ ਕਿ ਪੁਰਾਣਾ ਇੰਡੈਕਸ ਜੇ 11 ਸੀ ਤੇ ਨਵਾਂ ਕਿੰਨਾ ਹੋਊਗਾ 10 ਹੋਊਗਾ। ਵਧਿਆ ਕਿ ਘਟਿਆ ਹੈ, ਘਟਿਆ ਹੈ। ਤੇ ਦੱਸੋ ਕਿ ਕਿੰਨਾ ਘਟਿਆ, ਵਾਟ ਇਜ਼ 11 - 10 1। ਤੇ ਕਿੰਨੇ ਦੇ ਮੁਕਾਬਲੇ 'ਚ ਘਟਿਆ ਹੈ, 11 ਦੇ ਮੁਕਾਬਲੇ 'ਚ ਕਿ 10 ਦੇ ਮੁਕਾਬਲੇ 'ਚ, 11 ਦੇ। ਕਿਉਂਕਿ ਜੋ ਉਹਨਾਂ ਨੇ ਪੁੱਛਿਆ ਕਿੰਨਾ ਘਟਿਆ ਹੈ, ਤੇ ਜੇ ਪੁੱਛਿਆ ਜਾਵੇ ਕਿੰਨਾ ਵਧਿਆ ਹੈ ਫਿਰ ਵਧੇ ਤੋਂ ਚੱਕੋ, ਜੇ ਪੁੱਛਿਆ ਕਿੰਨਾ ਘਟਿਆ ਹੈ ਤਾਂ ਬੇਸ ਕਿਹਨੂੰ ਲਾਓ, ਘਟੇ ਨੂੰ। ਕਿਉਂਕਿ ਜੇ ਕਿੰਨਾ ਘਟਿਆ ਹੈ ਇਟ ਮੀਨਸ ਕਿਹਦੇ ਮੁਕਾਬਲੇ 'ਚ ਘਟਿਆ ਹੈ, ਤਾਂ 11 ਦੇ ਮੁਕਾਬਲੇ 'ਚ ਘਟਿਆ ਹੈ। ਤੇ ਮਲਟੀਪਲਾਈ ਕਿਹਦੇ ਨਾਲ ਕਰਾਂਗੇ, 100 ਨਾਲ। ਦੱਸੋਗੇ 100/11 ਕਿੰਨਾ ਆਇਆ, ਕਿੰਨਾ ਸੀ ਇਹ, ਨਹੀਂ ਇਹਦਾ ਆਨਸਰ ਬੱਚੇ 100/11 ਕਿੰਨਾ ਹੈ ਐਗਜ਼ੈਕਟਲੀ ਪੁਆਇੰਟਾਂ 'ਚ 9.09। ਇਹਦਾ ਮਤਲਬ 9.09 ਨੂੰ 9 ਮੰਨ ਲਿਆ। ਇਹ 9 ਵਧਿਆ ਕਿ ਘਟਿਆ, ਘਟਿਆ ਹੈ। ਇਟ ਮੀਨਸ ਆਨਸਰ ਆ ਗਿਆ, ਲਿਖਿਆ 9%, 9% ਘਟਣਾ। ਇਹਦਾ ਮਤਲਬ ਇਸ ਸਵਾਲ ਦਾ ਜਵਾਬ ਕੀ ਆ, C। ਕੀ ਆਨਸਰ ਆ ਜੀ ਇਹਦਾ, C। ਸੋ ਸਭ ਤੋਂ ਪਹਿਲੀ ਗੱਲ ਇਹ ਹੋ ਗਈ ਕਿ ਸਾਨੂੰ ਦੇਖੋ ਇੱਕ ਗੱਲ ਹੋਰ, ਮੈਂ ਨੰਬਰਸ ਜਦੋਂ ਵੀ ਕਿਤੇ, ਜੇ ਤੁਹਾਡੇ ਚੋਂ ਕਿਸੇ ਨੂੰ ਇਹ ਗੱਲ ਸਮਝ ਆ ਗਈ ਨਾ ਕਿ ਜਦੋਂ ਆਪਾਂ ਨੂੰ ਖੇਡ ਪਰਸੈਂਟੇਜ 'ਚ ਲੈਣੀ ਪਵੇ ਜਾਂ ਰੇਸ਼ੋ 'ਚ ਜਾਂ ਫ੍ਰੈਕਸ਼ਨ 'ਚ, ਤਾਂ ਸਾਨੂੰ ਵੈਲਿਊਜ਼ ਲੈਣ ਤੋਂ ਬਿਨਾਂ ਹੀ ਸਵਾਲ ਹੋ ਸਕਦਾ ਹੈ। ਭਾਵੇਂ ਤੁਸੀਂ ਇਹ ਮੰਨ ਕੇ ਚੱਲੋ, ਜੇ ਕੋਈ ਮੈਨੂੰ ਇਹ ਕਹਿ ਦੇ ਕਿ ਸਰ ਮੈਂ ਤਾਂ ਜੀ ਵੈਲਿਊਜ਼ ਲੈ ਕੇ ਸ਼ੁਰੂ ਕੀਤਾ ਸੀ ਸਵਾਲ ਉਹਦਾ ਵੀ ਨਿਕਲ ਜਾਊਗਾ, ਤੇ ਕੋਈ ਔਖੀ ਗੱਲ ਨਹੀਂ। ਜੇ ਕੋਈ ਮੈਨੂੰ ਕਹਿ ਦੇ ਨਾ ਕਿ ਸਰ ਮੈਂ ਤੁਹਾਡੇ ਵਾਲੇ ਤਰੀਕੇ ਨਾਲ ਨਹੀਂ, ਮੈਂ ਤਾਂ ਵੈਲਿਊਜ਼ ਲੈ ਕੇ ਸ਼ੁਰੂ ਕੀਤਾ ਸੀ, ਕੋਈ ਗਲਤ ਗੱਲ ਨਹੀਂ। ਘੱਟੋ ਘੱਟ ਸਵਾਲ ਦਾ ਆਨਸਰ ਨਿਕਲਣਾ ਚਾਹੀਦਾ ਹੈ। ਤੁਸੀਂ ਆਪਣੇ ਆਪ ਨੂੰ ਇਹ ਸੋਚ ਕੇ ਦੇਖੋ, ਯਾਰ ਤੁਸੀਂ ਪੇਪਰ 'ਚ ਬੈਠੇ ਹੋ, ਤੁਸੀਂ ਕਿਵੇਂ ਆਪਣਾ ਇਸ ਤਰੀਕੇ ਨਾਲ ਸੋਚ ਲਓਗੇ ਕਿ ਜਿਵੇਂ ਸਾਨੂੰ ਕਰਾਇਆ ਗਿਆ ਮੈਨੂੰ ਉਵੇਂ ਹੀ ਆਉਂਦਾ ਹੋਵੇ। ਤੁਸੀਂ ਤਾਂ ਮੌਕੇ ਤੇ ਬੈਠਾ ਬੰਦਾ ਤਾਂ ਹਫੜਾ ਦਫੜੀ 'ਚ ਇਹੀ ਦੇਖਦਾ ਹੈ ਕਿ ਬਈ 10% ਵਧਿਆ, ਠੀਕ ਆ, ਤਾਂ ਕਿੰਨੇ % ਚੇਂਜ ਆਊਗਾ। 4-5 ਜਾਣੇ ਆ, ਕਿਸੇ ਇੱਕ ਦੀ ਵੈਲਿਊ ਚੱਕ ਲੇ, ਕਿਸੇ ਵੀ ਇੱਕ ਦੀ। ਹੁਣ ਉਹਨਾਂ ਨੇ ਕਿਹਾ ਨਾ ਕਿ ਜੇ 10% ਹਾਈਟ ਵੱਧ ਜੇ ਤੇ 10% ਹੋ, ਤੁਸੀਂ ਕਹੋਗੇ ਕਿਹੜੇ ਬੰਦੇ ਦੀ ਵੈਲਿਊ ਚੱਕੀ ਇਹਨਾਂ 'ਚੋਂ, ਤਾਂ ਫਿਰ ਉੱਥੇ ਜਾ ਕੇ ਸਮਝਦਾਰੀ ਕੰਮ ਆਉਂਦੀ ਆ ਕਿ B ਦੀ ਵੈਲਿਊ ਚੱਕ ਲਓ। ਕੈਲਕੂਲੇਸ਼ਨ ਮੈਨੂੰ ਲੱਗਦਾ ਸਭ ਤੋਂ ਵੱਧ ਸੌਖੀ ਹੋ ਜਾਊਗੀ। ਤੁਸੀਂ ਮੈਨੂੰ ਆਪ ਦੱਸੋ ਕਿ ਜੇ B ਦੀ ਵੈਲਿਊ ਵੀ ਚੱਕ ਕੇ ਦੇਖ ਲਈਏ, B ਦੀ ਆਪਾਂ ਇੱਕ ਵਾਰੀ ਤਾਂ ਕੈਲਕੂਲੇਟ ਕੀਤਾ ਹੀ ਹੋਇਆ, ਇੱਕ ਤਾਂ ਕੈਲਕੂਲੇਟ ਕੀਤਾ ਹੀ ਆ ਪੁਰਾਣਾ, ਕਿਉਂਕਿ ਆਪਾਂ ਪਹਿਲੀ ਆਪਸ਼ਨ ਦੇ ਵਿੱਚ B ਦਾ ਵੀ ਇੰਡੈਕਸ ਕੈਲਕੂਲੇਟ ਕੀਤਾ ਸੀ। ਹੁਣ B ਦਾ 10% ਵਧਾ ਦਿਓ, ਜੇ B ਦਾ 10% ਵਧਾ ਦੋਗੇ ਤਾਂ ਉਹਦੀ ਹਾਈਟ, ਜਿਹੜਾ ਉਹਦਾ ਭਾਰ ਆ 50%, 50 ਕਿਲੋ, ਕਿੰਨਾ ਹੋ ਜਾਊਗਾ 10% ਵਧਾ ਕੇ 55 ਕਿਲੋ। ਥੋੜੀ ਜਿਹੀ ਉਹਦੀ ਹਾਈਟ ਵੱਧ ਜੂਗੀ, B ਮਾਸ ਬਟੇ ਉਹ ਕਰਕੇ ਸਕੇਅਰ ਕਰਕੇ ਕੈਲਕੂਲੇਟ ਕਰ ਲਓ, ਤੇ ਪੁਰਾਣੇ ਚੋਂ ਨਵਾਂ ਘਟਾਇਓ ਜਾਂ ਨਵੇਂ ਚੋਂ ਪੁਰਾਣਾ ਘਟਾਇਓ, ਤੁਹਾਨੂੰ ਐਵੇਂ ਪਤਾ ਲੱਗੂਗਾ ਕਿ 0.9% ਹੀ ਚੇਂਜ ਆਇਆ ਹੈ। ਮੀਨਸ
ਤੇ ਨਾਲੇ ਕੱਲਾ B ਦੀ ਐਗਜ਼ਾਮਪਲ ਨਹੀਂ, ਕਿਸੇ ਵੀ ਇੱਕ ਦੀ ਐਗਜ਼ਾਮਪਲ ਚੱਕ ਕੇ ਦੇਖ ਲਿਓ, ਤੁਹਾਨੂੰ ਸਾਰਿਆਂ 'ਚ ਡਿਕਰੀਜ਼ ਓਨੇ % ਹੀ ਹੋਊਗਾ। ਇਸੇ ਕਰਕੇ ਤਾਂ ਉਹਦਾ ਸਵਾਲ ਸੀਗਾ ਕਿ ਕਿੰਨੇ % ਡਿਕਰੀਜ਼ ਆ, ਉਹਨੇ ਥੋੜਾ ਕਿਹਾ ਕਿ B ਦੇ ਵਿੱਚ ਕਿੰਨੇ % ਡਿਕਰੀਜ਼ ਆ, ਉਹਨੂੰ ਪਤਾ ਸਾਰਿਆਂ ਦਾ ਡਿਕਰੀਜ਼ ਪਰਸੈਂਟੇਜ ਡਿਕਰੀਜ਼ ਤਾਂ ਸੇਮ ਹੀ ਹੋਣਾ ਹੈ। ਉਮੀਦ ਕਰਦਾ ਕਿ ਇਹ ਕਹਾਣੀ ਸਾਰੀ ਸਮਝ ਆ ਗਈ ਹੋਊਗੀ। ਠੀਕ ਆ, ਸੋ ਇਹ ਸਵਾਲ ਹੁਣ ਆਪਾਂ ਆ ਗਏ ਜੀ ਆਪਣਾ ਲਾਸਟ ਸਵਾਲ ਜਿਹੜਾ ਆਪਾਂ ਅੱਜ ਕਰਨਾ ਹੈ। ਆ ਜਾਓ, ਲਓ ਜੀ ਇਹਨਾਂ ਸਵਾਲਾਂ ਨੂੰ ਆਪਾਂ ਹੱਥ ਪਾਉਣਾ ਹੁਣ। ਠੀਕ ਆ, ਪੋਵਰਟੀ ਵਾਲਾ ਇਹ ਸਵਾਲ ਹੈ। ਆ ਲਓ ਜੀ, ਮੈਨੂੰ ਪਹਿਲਾ ਸਵਾਲ ਕਰਕੇ ਦਿਓ ਜੀ, ਇਸ ਸਵਾਲ 'ਚ ਕੀ ਆ। ਲਓ ਪਲੀਜ਼ ਇਹ ਸਮਝੋ, ਕਿਸ ਆ ਪੜਿਆ ਸੀ ਨਾ ਆਪਾਂ ਪਿਛਲੀ ਲਾਸਟ ਲੈਕਚਰ 'ਚ ਸਵਾਲ ਪੜਿਆ ਹੋਇਆ ਆਪਾਂ ਇਹਨੂੰ। ਲਓ ਜੀ ਇਸੇ ਨੂੰ ਕੰਟੀਨਿਊ ਕਰਦੇ ਆਪਾਂ। ਕਹਿੰਦੇ ਆਬਾਦੀ ਜਿਹੜੀ ਗਰੀਬੀ ਰੇਖਾ ਤੋਂ ਥੱਲੇ ਆ, P ਸ਼ਹਿਰ ਦੀ ਆਬਾਦੀ 35%, Q ਸ਼ਹਿਰ ਦੀ ਆਬਾਦੀ 25%, R ਸ਼ਹਿਰ ਦੀ ਆਬਾਦੀ 24%, S ਸ਼ਹਿਰ ਦੀ ਆਬਾਦੀ 19% ਤੇ T ਸ਼ਹਿਰ ਦੀ ਆਬਾਦੀ 15% ਗਰੀਬੀ ਰੇਖਾ ਤੋਂ ਥੱਲੇ ਆ। ਇਹਦਾ ਮਤਲਬ 65% ਇਸ ਸ਼ਹਿਰ ਦੀ, 75% ਇਸ ਸ਼ਹਿਰ ਦੀ, 76% ਇਸ ਸ਼ਹਿਰ ਦੀ, 81% ਇਸ ਸ਼ਹਿਰ ਦੀ ਤੇ 85% ਇਸ ਸ਼ਹਿਰ ਦੀ ਆਬਾਦੀ ਗਰੀਬੀ ਰੇਖਾ ਤੋਂ ਉੱਪਰ ਆ। ਸਮਝ ਆ ਗਈ ਗੱਲ। ਹੁਣ ਆ ਜਾਓ ਕਿ ਜਿਹੜੀ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਆ, ਉੱਥੇ ਮਰਦਾਂ ਤੇ ਔਰਤਾਂ ਦਾ ਅਨੁਪਾਤ ਆ ਏ, ਤੇ ਜਿਹੜੀ ਆਬਾਦੀ ਗਰੀਬੀ ਰੇਖਾ ਤੋਂ ਉੱਪਰ ਆ, ਉਹਦੇ 'ਚ ਮਰਦਾਂ ਦਾ ਤੇ ਔਰਤਾਂ ਦਾ ਅਨੁਪਾਤ ਆ ਏ। ਆ ਤੁਹਾਡੇ ਸਾਹਮਣੇ ਸਵਾਲ ਆ। ਠੀਕ ਆ, ਪਹਿਲਾ ਸਵਾਲ ਇਹ ਆ, ਕਹਿੰਦੇ ਜੇਕਰ R ਸ਼ਹਿਰ ਦੀ ਮਰਦਾਂ ਦੀ ਆਬਾਦੀ 1.9 ਆ, ਕਿਹੜੀ R ਸ਼ਹਿਰ ਦੀ ਕਿੰਨਾ ਦੀ ਆਬਾਦੀ, ਮਰਦਾਂ ਦੀ ਆਬਾਦੀ 1.9 ਆ, ਸੌਰੀ ਮਰਦਾਂ ਦੀ ਗਰੀਬੀ ਰੇਖਾ ਤੋਂ ਉੱਪਰ ਦੀ ਆਬਾਦੀ 1.9 ਆ, ਦੱਸੋ R ਸ਼ਹਿਰ ਦੀ ਟੋਟਲ ਆਬਾਦੀ ਕਿੰਨੀ ਆ। ਆ ਤੁਹਾਡੇ ਸਾਹਮਣੇ ਅੰਕੜੇ ਆ। R ਸ਼ਹਿਰ ਆ, ਉੱਥੇ ਮਰਦਾਂ ਦੀ ਗਰੀਬੀ ਰੇਖਾ ਤੋਂ ਉੱਪਰ ਦੀ ਆਬਾਦੀ, ਗੌਰ ਕਰਿਓ, ਮਰਦਾਂ ਦੀ ਗਰੀਬੀ ਰੇਖਾ ਤੋਂ ਉੱਪਰ ਦੀ ਆਬਾਦੀ 1.9 ਮਿਲੀਅਨ ਆ। ਇਹਦਾ ਮਤਲਬ ਇਸ ਸਵਾਲ 'ਚ ਪੂਰਾ ਦਿਮਾਗ ਲੱਗੂਗਾ, ਕੈਲਕੂਲੇਸ਼ਨ ਔਖੀਆਂ ਨਹੀਂ ਗੀਆਂ। ਲਓ ਜੀ, ਜੇ ਕਰਕੇ ਦੇਖੋਗੇ 1 ਮਿੰਟ ਲੈਣਾ ਤਾਂ ਕੈਲਕੂਲੇਟ ਕਰਕੇ ਦੇਖੋ। ਅਦਰਵਾਈਜ਼ ਸ਼ਹਿਰ ਕਿਹੜਾ ਹੈ, R। ਗਰੀਬੀ ਰੇਖਾ ਤੋਂ ਉੱਪਰ ਦੀ ਆਬਾਦੀ ਦੀ ਗੱਲ ਹੋ ਰਹੀ ਹੈ ਕਿ ਗਰੀਬੀ ਰੇਖਾ ਤੋਂ ਥੱਲੇ ਦੀ, ਉੱਪਰ ਦੀ। ਗੌਰ ਕਰਿਓ, R ਸ਼ਹਿਰ 'ਚ ਗਰੀਬੀ ਰੇਖਾ ਤੋਂ ਉੱਪਰ ਮਰਦਾਂ ਤੇ ਔਰਤਾਂ ਦਾ ਅਨੁਪਾਤ ਕਿੰਨਾ ਹੈ, 2:3। ਮਤਲਬ ਇਹ ਕਿ R ਸ਼ਹਿਰ ਦੇ ਵਿੱਚ ਗਰੀਬੀ ਰੇਖਾ ਤੋਂ ਉੱਪਰ ਦੀ ਗੱਲ ਹੋ ਰਹੀ ਆ। ਜੇਕਰ ਮਰਦ 2x ਨੇ ਤਾਂ ਔਰਤਾਂ ਕਿੰਨੀਆਂ ਨੇ, 3x। ਆਹੀ ਆ। ਜੇਕਰ ਮਰਦ 2x ਨੇ ਤਾਂ ਔਰਤਾਂ ਕਿੰਨੀਆਂ ਹੈ, 3x। ਗੌਰ ਕਰਿਓ, ਆ ਗੱਲ ਕਲੀਅਰ ਹੋ ਗਈ। ਜੇਕਰ ਮਰਦ 2x ਨੇ ਤਾਂ ਔਰਤਾਂ ਕਿੰਨੀਆਂ, 3x। ਉਹਨਾਂ ਨੇ ਕਿਹਾ ਮਰਦਾਂ ਦੀ ਵੈਲਿਊ ਕਿੰਨੀ ਆ, ਮਰਦਾਂ ਦੀ ਵੈਲਿਊ ਕਿੰਨੀ ਆ, 1.9। ਆਹੀ ਆ, ਮਰਦਾਂ ਦੀ ਵੈਲਿਊ 1.9, ਉਹ ਵੀ ਗਰੀਬੀ ਰੇਖਾ ਤੋਂ ਉੱਪਰ ਵਾਲੇ ਮਰਦ। ਇਹਦਾ ਮਤਲਬ x ਕਿੰਨਾ ਆ ਗਿਆ, 0. ਜੇ x ਦੀ ਵੈਲਿਊ 0.95 ਆ ਗਈ, ਉਹੀ 0.95 ਇੱਥੇ 3x 'ਚ ਪੁੱਟ ਕਰੋ ਤਾਂ ਲਓ ਜੀ ਇੱਕ ਗੱਲ ਹੋਰ ਸਮਝ ਆ ਗਈ। ਪਲੀਜ਼ ਕਰਿਓ ਕੈਲਕੂਲੇਟ, ਕਿੰਨਾ ਆਊਗਾ। ਔਰਤਾਂ ਦੀ ਆਬਾਦੀ 2.85 ਆ ਗਈ, ਇੰਨੇ ਮਿਲੀਅਨਸ 'ਚ ਆ ਗਈ ਗੱਲ। ਇਹਦਾ ਮਤਲਬ ਤੁਹਾਨੂੰ ਇੱਕ ਗੱਲ ਸਮਝ ਆ ਗਈ ਕਿ ਸਾਨੂੰ ਤਾਂ ਇਹ ਪਤਾ ਲੱਗ ਗਿਆ ਕਿ ਬਈ ਜਿਹੜਾ R ਸ਼ਹਿਰ ਆ, ਇੱਥੇ ਗਰੀਬੀ ਰੇਖਾ ਤੋਂ ਉੱਪਰ ਮਰਦ ਕਿੰਨੇ ਸੀਗੇ, ਉਹ ਗਰੀਬੀ ਰੇਖਾ ਤੋਂ ਉੱਪਰ ਮਰਦ ਕਿੰਨੇ ਆ, 1.9। ਇਹੀ ਆ। ਔਰਤਾਂ ਕਿੰਨੀਆਂ ਗਰੀਬੀ ਰੇਖਾ ਤੋਂ ਉੱਪਰ, 2.85। ਜਿਨ੍ਹਾਂ ਨੂੰ ਦਸ਼ਮਲਵ ਵਾਲੇ ਜੋੜਨੇ ਨਹੀਂ ਆਉਂਦੇ, ਉਹ ਇੱਥੋਂ ਜੋੜਨਾ ਸਿੱਖਣ। ਕਿੱਦਾਂ ਸਟੈਪ ਬਾਏ ਸਟੈਪ ਚੱਲ ਰਹੇ ਆ। ਗਰੀਬੀ ਰੇਖਾ ਤੋਂ ਉੱਪਰ ਵਾਲਾ ਟੇਬਲ ਰਡਾਰ ਤੇ ਰੱਖਿਆ, ਮਰਦ ਤੇ ਔਰਤਾਂ 2:3 'ਚ ਸੀ। ਮੈਂ ਕਿਹਾ ਮਰਦ 2x ਨੇ ਤੇ ਔਰਤਾਂ 3x। ਬੇਸਿਕ ਮੈਥ। ਮਰਦਾਂ ਦੀ ਗਿਣਤੀ 1.9 ਦਿੱਤੀ ਆ, ਮੈਂ 2x ਨੂੰ 1.9 ਦੇ ਬਰਾਬਰ ਰੱਖ ਲਿਆ ਦਿੱਤੇ ਹੋਏ ਸਵਾਲ ਦੇ ਅਨੁਸਾਰ। ਉੱਥੋਂ x ਕੱਢ ਕੇ ਜੇ ਮੈਨੂੰ x ਦੀ ਵੈਲਿਊ ਪਤਾ ਲੱਗ ਗਈ, ਮੈਨੂੰ 3x ਵੀ ਪਤਾ ਲੱਗ ਗਿਆ, ਤਾਂ ਮੈਨੂੰ ਇਹ ਪਤਾ ਲੱਗ ਗਿਆ ਕਿ ਮਰਦ ਇੰਨੇ ਆ, ਔਰਤਾਂ ਇੰਨੀਆਂ। ਜੋੜ ਕੇ ਪਤਾ ਲੱਗਿਆ ਕਿ ਮਰਦ ਤੇ ਔਰਤਾਂ ਮਿਲਾ ਕੇ ਕਿੰਨੇ ਆ, 4.75 ਮਿਲੀਅਨ। ਉਸ ਸ਼ਹਿਰ ਦੇ ਵਿੱਚ ਮਰਦ ਤੇ ਔਰਤਾਂ ਨੇ ਕਿਹੜੇ ਭਲਾ, ਜਿਹੜੇ ਇਸ ਪਾਸੇ ਆਉਣ ਵਾਲੇ ਆ। ਟੋਟਲ ਆਹੀ ਨੇ। ਇਹ ਕਿਹੜੇ ਨੇ ਭਲਾ, ਗਰੀਬੀ ਰੇਖਾ ਤੋਂ ਉੱਪਰ ਵਾਲੇ। ਤੁਹਾਨੂੰ ਪਤਾ ਲੱਗ ਗਿਆ ਕਿ ਸਰ R ਸ਼ਹਿਰ ਆ ਜੀ, R ਸ਼ਹਿਰ ਆ, ਉੱਥੇ 4.75 ਮਰਦ ਪਲੱਸ ਔਰਤਾਂ ਨੇ। ਠੀਕ ਆ ਜੀ, ਮਰਦ ਨੇ ਪਲੱਸ ਔਰਤਾਂ ਨੇ, ਉਹ ਵੀ ਕਿਹੜੇ ਭਲਾ, ਗਰੀਬੀ ਰੇਖਾ ਤੋਂ ਉੱਪਰ ਵਾਲੇ। ਕਿਉਂਕਿ ਤੁਸੀਂ ਤਾਂ ਪਰਲੇ ਪਾਸੇ ਹੀ ਦੇਖਿਆ, ਹਜੇ ਦੂਜੇ ਪਾਸੇ ਵਾਲਾ ਅੰਕੜਾ ਤੇ ਆਇਆ ਹੀ ਨਹੀਂ। ਹੁਣ ਮੇਰਾ ਤੁਹਾਨੂੰ ਸਵਾਲ ਇਹ ਆ ਕਿ ਬਈ ਉਹਨਾਂ ਨੇ ਪੁੱਛਿਆ ਕੀ ਆ, ਵਟ ਇਜ਼ ਦੀ ਪੋਪੂਲੇਸ਼ਨ ਆਫ R ਸਿਟੀ। R ਸ਼ਹਿਰ ਦੀ ਟੋਟਲ ਆਬਾਦੀ ਕਿੰਨੀ ਆ।
ਹੁਣ ਤੁਹਾਨੂੰ ਕਿਸੇ ਨੇ ਕਹਿਤਾ ਕਿ ਜੀ ਆਰ ਸ਼ਹਿਰ ਜਿਹੜਾ ਹੈ ਇੱਥੇ ਗਰੀਬੀ ਰੇਖਾ ਤੋਂ ਉੱਪਰ ਦੀ ਟੋਟਲ ਆਬਾਦੀ ਕਿੰਨੀ ਆ? ਪਲੀਜ਼ ਓਏ ਆਰ ਸ਼ਹਿਰ ਦੀ ਗਰੀਬੀ ਰੇਖਾ ਤੋਂ ਉੱਪਰ ਦੀ ਟੋਟਲ ਆਬਾਦੀ ਕਿੰਨੀ ਆ? 4.175 4.75 ਮੰਨੋ ਜੇ ਆਪਾਂ ਲੇਮੈਨ ਜੀ ਭਾਸ਼ਾ 'ਚ ਗੱਲ ਕਰੀਏ 4.75। ਹੁਣ ਆ ਜਾਓ ਪਲੀਜ਼, ਆਰ ਸ਼ਹਿਰ ਦੇ ਵਿੱਚ ਕਿੰਨੇ ਪਰਸੈਂਟ ਆਬਾਦੀ ਗਰੀਬੀ ਰੇਖਾ ਤੋਂ ਉੱਪਰ ਆ? ਆਰ ਸ਼ਹਿਰ ਦੇ ਵਿੱਚ 24% ਆਬਾਦੀ ਗਰੀਬੀ ਰੇਖਾ ਤੋਂ ਥੱਲੇ ਆ ਤੇ 76% ਆਬਾਦੀ ਗਰੀਬੀ ਰੇਖਾ ਤੋਂ ਉੱਤੇ ਆ। ਸਮਝ ਗਏ? ਹੁਣ ਜੇ ਮੈਨੂੰ ਕੋਈ ਕਵੇ ਕਿ ਸਰ ਮੈਨੂੰ ਦੋ ਗੱਲਾਂ ਪਤਾ ਨੇ, ਆਰ ਸ਼ਹਿਰ ਦੇ ਵਿੱਚ 76% ਆਬਾਦੀ ਗਰੀਬੀ ਰੇਖਾ ਤੋਂ ਉੱਪਰ, ਆਰ ਸ਼ਹਿਰ ਦੇ ਵਿੱਚ 76% ਆਬਾਦੀ ਗਰੀਬੀ ਰੇਖਾ ਤੋਂ ਉੱਪਰ ਤੇ ਆਰ ਸ਼ਹਿਰ ਦੇ ਵਿੱਚ 4.75 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਉੱਪਰ ਆ। ਮੈਨੂੰ ਪਰਸੈਂਟੇਜ ਵੀ ਪਤਾ ਹੈ ਤੇ ਐਗਜ਼ੈਕਟ ਵੀ ਪਤਾ ਹੈ, ਬਸ ਮੈਨੂੰ ਇਹ ਨਹੀਂ ਪਤਾ ਕਿ ਟੋਟਲ ਆਬਾਦੀ ਕਿੰਨੀ ਆ। ਤੇ ਮੈਂ ਕਹੂੰਗਾ ਫਿਰ ਇਹ ਗਲਤ ਗੱਲ ਆ। ਜੇ ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਆਰ ਸ਼ਹਿਰ ਦੀ ਕੁੱਲ ਆਬਾਦੀ X ਹੈ, ਇਸ ਆਬਾਦੀ ਦਾ ਕਿੰਨੇ ਪਰਸੈਂਟ ਗਰੀਬੀ ਰੇਖਾ ਤੋਂ ਉੱਪਰ ਆ? ਨਹੀਂ, ਕਿੰਨੇ ਪਰਸੈਂਟ? 76%। X ਦਾ 76% ਗਰੀਬੀ ਰੇਖਾ ਤੋਂ ਉੱਪਰ ਆ। ਤੁਸੀਂ ਕਹੋਗੇ ਸਰ ਐਗਜ਼ੈਕਟਲੀ ਇਹਦੀ ਵੈਲਿਊ ਵੀ ਮੈਨੂੰ ਪਤਾ ਕਿਹਦੇ ਬਰਾਬਰ ਆ? 4.75 ਦੇ। X ਸ਼ਹਿਰ ਦੀ ਕਿੰਨੀ ਆਬਾਦੀ ਗਰੀਬੀ ਰੇਖਾ ਤੋਂ ਉੱਪਰ ਆ? 76%। ਤੇ ਜੇ ਉਹਦੇ ਹਿਸਾਬ ਨਾਲ ਚੱਲਿਆ ਜਾਵੇ ਟੋਟਲ ਆਬਾਦੀ ਦਾ 76% ਗਰੀਬੀ ਰੇਖਾ ਤੋਂ ਉੱਪਰ ਹੈ ਤੇ ਦਿੱਤੇ ਹੋਏ ਸਵਾਲ ਦੇ ਮੁਤਾਬਕ ਉਹਦੀ ਵੈਲਿਊ 4.75 ਮਿਲੀਅਨ ਹੈ। ਇੱਥੋਂ ਮੈਂ x ਦੀ ਵੈਲਿਊ ਕੱਢੀ ਕਿ 4.75 ਨੂੰ ਪਹਿਲਾਂ ਮੈਂ 76 ਨਾਲ ਗੁਣਾ ਕਰਾਂ ਤੇ 100 ਨਾਲ ਐਵੇਂ ਕਰਾਂ ਤਾਂ 475 ਨੂੰ 76 ਨਾਲ ਡਿਵਾਈਡ ਕਰਕੇ ਕਿੰਨਾ ਆ ਗਿਆ? 6.25। ਇਹਦਾ ਮਤਲਬ ਆ 6.25 ਕੀ ਆਈ ਹੈ ਭਲਾ? x ਦੀ ਵੈਲਿਊ। x ਕੀ ਸੀ? ਉਸ ਸ਼ਹਿਰ ਦੀ ਕਿਹੜੀ ਆਬਾਦੀ? ਟੋਟਲ ਆਬਾਦੀ। ਇਹਦਾ ਮਤਲਬ ਮੈਨੂੰ ਆਰ ਸ਼ਹਿਰ ਦੀ ਟੋਟਲ ਆਬਾਦੀ ਪਤਾ ਲੱਗ ਗਈ। ਕਿੰਨੀ ਆ ਗਈ? ਆ ਰਿਹਾ ਜੀ ਆਰ ਸ਼ਹਿਰ। ਇਸ ਆਰ ਸ਼ਹਿਰ ਦੀ ਟੋਟਲ ਆਬਾਦੀ ਕਿੰਨੀ ਆ? 6.25 ਮਿਲੀਅਨ। ਸੋਚ ਕੇ ਦੇਖੋ ਪਲੀਜ਼, ਇੱਕ ਗੱਲ ਧਿਆਨ ਨਾਲ ਸਮਝਿਓ, ਆਰ ਸ਼ਹਿਰ ਦੀ ਟੋਟਲ ਆਬਾਦੀ ਕਿੰਨੀ ਆ? 6.25। ਇਹ ਆਈ ਕਿਵੇਂ? ਤੁਹਾਨੂੰ BPL ਜਾਂ APL ਦੋ ਵੱਖਰੇ ਵੱਖਰੇ ਅੰਕੜੇ ਦਿੱਤੇ ਆ। ਗਰੀਬੀ ਰੇਖਾ ਤੋਂ ਉੱਪਰ ਮਤਲਬ ਅਬਵ ਪਾਵਰਟੀ ਲਾਈਨ ਤੇ ਗਰੀਬੀ ਰੇਖਾ ਤੋਂ ਥੱਲੇ ਮਤਲਬ ਬਿਲੋ ਪਾਵਰਟੀ ਲਾਈਨ। ਤੁਹਾਨੂੰ ਨਾ ਮੰਨ ਲਓ ਕੋਈ ਮੈਨੂੰ ਕਹੇ ਨਾ ਕਿ ਇੱਕ ਸਵਾਲ ਪਾਓ, ਸਿਰਫ ਨਿਕਲੇ ਉਸੇ ਸਟੂਡੈਂਟ ਤੋਂ ਕਿ ਜਿਹੜਾ ਸਟੂਡੈਂਟ ਮੰਨਿਆ ਜਾਵੇ ਕਿ ਮੈਥ 'ਚੋਂ ਸਹੀ ਆ, ਉਹਦੇ ਰੱਟੇ ਰੁੱਟੇ ਆ ਤੇ ਯਕੀਨ ਨਹੀਂ ਕਰਦਾ, ਉਹਦੇ ਕਨਸੈਪਟ ਕਲੀਅਰ ਆ, ਤੇ ਸਵਾਲ ਪਾਉਣ ਵਾਲਾ ਪਤਾ ਕੀ ਪਾਊਗਾ? ਆ ਟੇਬਲ ਦੇ ਕੇ ਇੱਕੋ ਗੱਲ ਕਹੂਗਾ ਕਿ ਆਰ ਸ਼ਹਿਰ 'ਚ ਮਰਦਾਂ ਦੀ ਆਬਾਦੀ ਗਰੀਬੀ ਰੇਖਾ ਤੋਂ ਉੱਪਰ ਦੇ ਮਰਦਾਂ ਦੀ ਆਬਾਦੀ 1.9 ਮਿਲੀਅਨ ਆ। ਆਰ ਸ਼ਹਿਰ ਦੇ ਵਿੱਚ ਗਰੀਬੀ ਰੇਖਾ ਤੋਂ ਥੱਲੇ ਦੇ ਮਰਦਾਂ ਦੀ ਗਿਣਤੀ ਦੱਸੋ। ਮੇਰੀ ਗੱਲ ਸਮਝ ਗਏ? BPL ਮਰਦ ਕਿੰਨੇ ਆ? ਬਸ ਇੰਨਾ ਸਵਾਲ ਪੁੱਛ ਲਿਆ। ਤੁਸੀਂ ਸੋਚ ਕੇ ਦੇਖੋ, ਪਹਿਲਾਂ ਅਬਵ ਪਾਵਰਟੀ ਲਾਈਨ ਵਾਲੇ ਦਿੱਤੇ ਆ, ਤੁਸੀਂ 2x ਤੇ 3x ਦੀ ਵੈਲਿਊ ਕੱਢਦੇ ਹੋਏ ਪਹਿਲਾਂ ਤਾਂ ਇਹ ਪਤਾ ਲੱਗਿਆ ਕਿ ਗਰੀਬੀ ਰੇਖਾ ਤੋਂ ਉੱਪਰ ਦੀ ਆਬਾਦੀ ਕਿੰਨੀ ਆ। ਤੁਹਾਨੂੰ ਪਤਾ ਲੱਗਾ ਕਿ ਉਸ ਸ਼ਹਿਰ ਦੀ ਗਰੀਬੀ ਰੇਖਾ ਤੋਂ ਉੱਪਰ ਦੀ ਆਬਾਦੀ ਕਿੰਨੀ ਆ? 4.75। ਫਿਰ ਉਹ ਜਿਹੜੀ 4.75 ਆਬਾਦੀ ਆ ਉਹ ਕੁੱਲ ਆਬਾਦੀ ਦਾ ਕਿੰਨੇ ਪਰਸੈਂਟ ਆ? 76%। ਇਹਦਾ ਮਤਲਬ ਕੁੱਲ ਆਬਾਦੀ ਦਾ 76% ਤੁਹਾਨੂੰ ਪਤਾ ਹੈ। ਕੁੱਲ ਆਬਾਦੀ ਕੱਢਣੀ ਸੀ। ਕੁੱਲ ਆਬਾਦੀ ਦਾ 76% ਬਰਾਬਰ ਹੈ 4.75। ਉੱਥੋਂ ਆਪਾਂ ਕੁੱਲ ਆਬਾਦੀ ਕੱਢ ਲਈ ਤੇ ਕਿੰਨੀ ਆ ਗਈ ਆਪਣੀ ਕੁੱਲ ਆਬਾਦੀ? 6.25। ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿਤੀ ਕਿ ਅੱਛਾ ਆਰ ਸ਼ਹਿਰ ਦੀ ਕੁੱਲ ਆਬਾਦੀ ਕਿੰਨੀ ਆ? ਦੱਸੋਗੇ ਭਈ ਆਰ ਸ਼ਹਿਰ ਦੀ ਕੁੱਲ ਆਬਾਦੀ ਕਿੰਨੀ ਆ? 6.25। ਆਹੀ ਆ। ਕਿੰਨੀ ਆਬਾਦੀ ਗਰੀਬੀ ਰੇਖਾ ਤੋਂ ਉੱਪਰ ਆ? ਪਲੀਜ਼ ਕਿੰਨੀ ਆਬਾਦੀ ਗਰੀਬੀ ਰੇਖਾ ਤੋਂ ਉੱਪਰ ਆ? 4.75। ਆ 0, ਆ 5, ਆ 1। 1.5 ਮਿਲੀਅਨ ਆਬਾਦੀ ਉਸ ਸ਼ਹਿਰ ਦੀ ਕੀ ਆ? ਗਰੀਬੀ ਰੇਖਾ ਤੋਂ ਥੱਲੇ। ਹੁਣ ਗੌਰ ਨਾਲ ਸੁਣਿਓ, ਆਰ ਸ਼ਹਿਰ ਦੀ ਕਿੰਨੇ ਮਿਲੀਅਨ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਆ? 1.5 ਮਿਲੀਅਨ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਆ। ਉਹਨਾਂ 'ਚ ਮਰਦ ਤੇ ਔਰਤਾਂ 1:2 'ਚ ਨੇ। ਉਹਨਾਂ 'ਚ ਮਰਦ ਤੇ ਔਰਤਾਂ ਕਿੰਨੀ ਰੇਸ਼ੋ 'ਚ ਆ? 1:2 'ਚ ਨੇ। ਤੁਸੀਂ ਕਹੋ ਸਰ ਉਹਨਾਂ 'ਚੋਂ x ਮਰਦ ਨੇ ਤੇ 2x ਕੀ ਨੇ? ਔਰਤਾਂ। ਤੇ ਟੋਟਲ ਆਬਾਦੀ ਉਹ ਕਿੰਨੀ ਆ? 1.5। ਕਿਉਂਕਿ ਗਰੀਬੀ ਰੇਖਾ ਤੋਂ ਨਿਚਲੀ ਆਬਾਦੀ ਕਿੰਨੀ ਆ? 1.5। ਤੇ ਉਹਨਾਂ 'ਚੋਂ 1:2 ਦਾ ਕੀ ਮਤਲਬ ਆ? 1:2 ਦਾ ਕੀ ਮਤਲਬ ਆ? ਕਿ ਇੱਕ ਮਰਦ ਆ ਤੇ 2 ਕੀ ਨੇ? ਔਰਤਾਂ। ਇਹਦਾ ਮਤਲਬ ਗਰੀਬੀ ਰੇਖਾ ਤੋਂ ਥੱਲੇ ਦੀ ਕੁੱਲ ਸਟਰੈਂਥ ਤੁਹਾਨੂੰ 1.5 ਲੱਖ ਪਤਾ ਲੱਗ ਗਈ। ਸੌਖੀ ਨਹੀਂ ਪਤਾ ਕੀਤੀ, ਖੱਜਲ ਹੋ ਕੇ ਪਤਾ ਕੀਤੀ ਹੈ। 1.5 ਲੱਖ ਤੱਕ ਅਸੀਂ ਸੌਖਾ ਨਹੀਂ ਪਹੁੰਚੇ, ਪਰ ਸਾਨੂੰ ਇਹ ਪਤਾ ਲੱਗ ਗਿਆ ਕਿ ਆਰ ਸ਼ਹਿਰ ਦੇ ਵਿੱਚ 1.5 ਲੱਖ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਆ, ਜਿਨ੍ਹਾਂ 'ਚ ਮਰਦ ਤੇ ਔਰਤਾਂ 1:2 'ਚ ਨੇ। ਇਹਦਾ ਮਤਲਬ ਆ x ਮਰਦ ਨੇ ਤੇ ਔਰਤਾਂ ਕਿੰਨੀਆਂ?
2x ਤੇ ਦੋਵਾਂ ਦਾ ਜੇ ਜੋੜ ਕਰ ਦਿੱਤਾ ਜਾਵੇ ਤਾਂ ਉਹ ਕਿਹਦੇ ਬਰਾਬਰ ਆ 3x = 1.5 ਇੱਥੋਂ x ਕਿੰਨਾ ਆ ਗਿਆ ਆਪਣੇ ਕੋਲ 0.5 ਇਹਦਾ ਮਤਲਬ ਮਰਦ ਸੀਗੇ 0.5 ਤੇ ਔਰਤਾਂ ਸੀ 0.5 × 2 ਕਿੰਨਾ ਹੋ ਗਿਆ 1 ਇਹਦਾ ਮਤਲਬ ਅੱਧਾ ਮਿਲੀਅਨ ਮਰਦ ਨੇ ਤੇ 1 ਮਿਲੀਅਨ ਕੀ ਨੇ ਔਰਤਾਂ ਕਿੱਡਾ ਸਵਾਲ ਦੇਖਣ ਨੂੰ ਕਿੰਨਾ ਸੌਖਾ ਲੱਗਣਾ ਸੀ ਸਵਾਲ ਦੇਖਣ ਨੂੰ ਲੱਗਣਾ ਸੀ ਕਿ ਗਰੀਬੀ ਰੇਖਾ ਤੋਂ ਉੱਤੇ ਆਰ ਸ਼ਹਿਰ ਦੇ ਮਰਦਾਂ ਦੀ ਗਿਣਤੀ 1.9 ਮਿਲੀਅਨ ਹੈ ਗਰੀਬੀ ਰੇਖਾ ਤੋਂ ਥੱਲੇ ਆਰ ਸ਼ਹਿਰ ਦੇ ਮਰਦਾਂ ਦੀ ਗਿਣਤੀ ਪਤਾ ਕਰੋ if the male population above poverty line for state R is 1.9 million what would be the value or what would be the strength or what would be the population of male population of state R in BPL category ਕਿ ਗਰੀਬੀ ਰੇਖਾ ਤੋਂ ਥੱਲੇ ਮਰਦਾਂ ਦੀ ਗਿਣਤੀ ਕਿੰਨੀ ਹੈ ਇਹ ਜਿਹੜਾ ਸਵਾਲ ਪੁੱਛਿਆ ਹੈ ਜਿਹੜਾ ਉਹਨਾਂ ਨੇ ਪੁੱਛਿਆ ਹੋਇਆ ਹੈ ਇਹ ਜਿਹੜਾ ਮੈਂ ਸਵਾਲ ਪੁੱਛਿਆ ਇਹ ਬਸ ਉਹਦਾ ਆਦੀ ਸੀਗਾ ਸੋ ਸਵਾਲ ਕਿਸੇ ਵੀ ਲੈਵਲ ਤੱਕ ਜਾ ਸਕਦਾ ਹੈ ਕਿਉਂ ਨਾ ਆਪਾਂ ਇਹੀ ਟੇਬਲ ਕੋਈ ਨਵੇਂ ਤਰੀਕੇ ਦਾ ਸਵਾਲ ਕ੍ਰੀਏਟ ਕਰਕੇ ਉਹ ਆਪਾਂ ਕਰਨ ਦੀ ਕੋਸ਼ਿਸ਼ ਕਰੀਏ ਕਾਈਂਡਲੀ ਮੈਨੂੰ ਇਸ ਸਵਾਲ ਦਾ ਜਵਾਬ ਦਿਓ ਕਿ ਇਹ ਕੀ ਪੁੱਛ ਰਿਹਾ ਹੈ ਕਹਿੰਦਾ what is number of females APL ਗਰੀਬੀ ਰੇਖਾ ਤੋਂ ਉੱਪਰ ਕਿੰਨੀਆਂ ਔਰਤਾਂ ਹੋਣਗੀਆਂ ਇਸ ਸ਼ਹਿਰ 'ਚ ਕਿਹੜੇ ਸ਼ਹਿਰ 'ਚ ਇਸ ਸ਼ਹਿਰ 'ਚ ਜੇਕਰ ਇਸ ਸ਼ਹਿਰ ਦੀ ਟੋਟਲ ਆਬਾਦੀ ਕਿੰਨੀ ਆ ਟੋਟਲ ਪੁੱਛਿਆ ਨਾ ਹਾਂ ਇਸ ਸ਼ਹਿਰ ਦੀ ਟੋਟਲ ਆਬਾਦੀ ਕਿੰਨੀ ਆ 70 ਉਹ ਪੁੱਛੀਆਂ ਕਿਹੜੀਆਂ APL ਪਹਿਲਾਂ ਤਾਂ ਇਸ ਸ਼ਹਿਰ ਤੇ ਨਿਸ਼ਾਨਾ ਰੱਖੋ ਜੀ ਇਸ ਸ਼ਹਿਰ ਦੀ ਟੋਟਲ ਆਬਾਦੀ ਕਿੰਨੀ ਆ 7 ਮਿਲੀਅਨ ਉਹਨਾਂ ਨੇ ਪੁੱਛਿਆ ਔਰਤਾਂ ਦੀ ਗੱਲ ਤਾਂ ਬਾਅਦ ਚ ਆ ਪਹਿਲਾਂ ਇਹ ਦੱਸੋ ਕਿ ਕਿਹੜੀ ਕੈਟੇਗਰੀ ਚ ਪੁੱਛੀਆਂ APL ਅਬਵ ਪਾਵਰਟੀ ਲਾਈਨ ਗਰੀਬੀ ਰੇਖਾ ਤੋਂ ਉੱਪਰ ਇਸ ਸ਼ਹਿਰ ਦੀ ਕਿੰਨੀ ਆਬਾਦੀ ਗਰੀਬੀ ਰੇਖਾ ਤੋਂ ਉੱਪਰ ਆ 81 ਕਿਵੇਂ ਪਤਾ ਲੱਗਿਆ BPL ਵਾਲੀ ਦਿੱਤੀ ਹੋਈ ਹੈ ਲਓ ਜੀ 81% ਆਬਾਦੀ ਗਰੀਬੀ ਰੇਖਾ ਤੋਂ ਉੱਪਰ ਆ ਠੀਕ ਆ ਤੇ ਟੋਟਲ ਆਬਾਦੀ ਕਿੰਨੀ ਆ 7 ਮਿਲੀਅਨ ਪਹਿਲਾਂ ਤਾਂ ਇਹ ਪਤਾ ਕਰੋ ਕਿ ਇਸ 7 ਮਿਲੀਅਨ ਦਾ 81% ਹੁੰਦਾ ਕਿੰਨਾ ਹੈ ਕਾਈਂਡਲੀ ਦੱਸੋਗੇ ਕਿੰਨਾ ਹੁੰਦਾ ਹੈ 7 ਮਿਲੀਅਨ ਦਾ 81% ਹੁੰਦਾ ਕਿੰਨਾ ਹੈ what is 81% of 7 ਮਿਲੀਅਨ 7 ਮਿਲੀਅਨ ਆਬਾਦੀ ਦਾ 81% ਕਿੰਨਾ ਹੈ 5.67 ਮਿਲੀਅਨ ਪਲੀਜ਼ 5.67 ਮਿਲੀਅਨ ਆਬਾਦੀ ਤਾਂ ਉਸ ਸ਼ਹਿਰ ਦੀ ਗਰੀਬੀ ਰੇਖਾ ਤੋਂ ਉੱਪਰ ਆ ਹੁਣ ਇੱਕ ਗੱਲ ਹੋਰ ਆ ਜਾਓ ਇਸ ਸ਼ਹਿਰ ਦੇ ਵਿੱਚ ਜਿਹੜੀ ਆ ਆਬਾਦੀ ਆ ਇਹ ਗਰੀਬੀ ਰੇਖਾ ਤੋਂ ਉੱਪਰ ਆ ਗਈ ਗਰੀਬੀ ਰੇਖਾ ਤੋਂ ਉੱਪਰ ਇਸ ਸ਼ਹਿਰ ਦੀ ਆਬਾਦੀ ਤੇ ਗਰੀਬੀ ਰੇਖਾ ਤੋਂ ਉੱਪਰ ਮਰਦ ਤੇ ਔਰਤਾਂ ਕਿਸ ਰੇਸ਼ੋ 'ਚ ਨੇ ਇਹਦਾ ਮਤਲਬ ਜਿਹੜੀ ਆ 5.7 ਬਿਲੀਅਨ ਆ ਇਹਦੇ ਚੋਂ 4x ਮਰਦ ਨੇ ਤੇ 3x ਕੀ ਨੇ ਔਰਤਾਂ ਆਹੀ ਆ 4x ਮਰਦ ਨੇ 3x ਔਰਤਾਂ ਇਹ ਦੋਵਾਂ ਦਾ ਜੋੜ ਕਿਹਦੇ ਬਰਾਬਰ ਆ 5.67 ਦੇ ਬਰਾਬਰ ਭਾਵ ਕਿ ਮਰਦ ਪਲੱਸ ਔਰਤਾਂ ਦਾ ਜੋੜ ਜੋ 7x ਆ ਉਹ 5.67 ਦੇ ਬਰਾਬਰ ਆ ਇੱਥੋਂ ਬੜੀ ਈਜ਼ੀਲੀ ਸਾਨੂੰ 7x ਪਤਾ ਲੱਗ ਗਿਆ 5.67 ਤੇ x ਪਤਾ ਲੱਗ ਗਿਆ ਕਿੰਨਾ 0.81 x 0.81 ਆਇਆ ਮਰਦ 4x ਸੀ ਪਲੀਜ਼ ਤੇ ਔਰਤਾਂ ਕਿੰਨੀਆਂ ਸੀਗੀਆਂ 3x 3 ਗੁਣਾ x ਕਿੰਨਾ ਆ ਗਿਆ 2.43 ਇਹਦਾ ਮਤਲਬ 2.43 ਔਰਤਾਂ ਨੇ ਦੇਖੋ ਇੱਕ ਗੱਲ ਸਮਝ ਆ ਗਈ ਕਿ ਕਿਸ ਤਰੀਕੇ ਨਾਲ ਆਪਾਂ ਸਟੈਪ ਬਾय ਸਟੈਪ ਚੱਲ ਰਹੇ ਹਾਂ ਤੁਸੀਂ ਇਹ ਸਮਝ ਲਓ ਉਹ ਪਤਾ ਕੀ ਕਹਿਣਗੇ ਦੇਖੋ ਤੁਸੀਂ ਉਹਨਾਂ ਦੀ ਮਾਨਸਿਕਤਾ ਸਮਝੋ ਸਵਾਲ ਪਾਉਣ ਦੀ ਉਹ ਕਦੀ BPL ਦਾ ਅੰਕੜਾ ਚੱਕ ਕੇ ਸਾਨੂੰ ਉੱਪਰੋਂ ਘੁਮਾ ਕੇ APL ਵੱਲ ਪੁੱਛਣਗੇ ਸਾਨੂੰ ਇਹ ਵੀ ਕਹਿ ਸਕਣਗੇ ਕਿ ਇੱਕ S ਸ਼ਹਿਰ ਆ ਜਾਂ ਇੱਕ T ਸ਼ਹਿਰ ਆ ਉੱਥੇ BPL ਔਰਤਾਂ ਦੀ ਗਿਣਤੀ ਇੰਨੀ ਆ ਤੇ ਉਸੇ ਸ਼ਹਿਰ 'ਚ APL ਮਰਦਾਂ ਦੀ ਗਿਣਤੀ ਦੱਸੋ ਕਿੰਨੀ ਆ ਇਟ ਮੀਨਸ ਸਾਨੂੰ ਪਹਿਲਾਂ ਟੋਟਲ ਤੱਕ ਆਉਣਾ ਪਊਗਾ ਟੋਟਲ ਤੋਂ ਘੁੰਮ ਕੇ ਵਾਪਸ ਜਾਣਾ ਪਊਗਾ ਜੇ ਤੁਸੀਂ ਕਹਿ ਦੋਗੇ ਦੇਖੋ ਇੱਕ ਗੱਲ ਆ ਕਈ ਵਾਰੀ ਕੋਈ ਸਟੂਡੈਂਟ ਕਹਿ ਦਿੰਦਾ ਕਿ ਸਰ ਇਸ ਦੇਖੋ ਗੱਲ ਇਹ ਆ ਕਿ ਇੱਕ ਲੈਵਲ ਤੋਂ ਚੱਲੇ ਸੀ ਆਪਾਂ ਠੀਕ ਆ ਐਟਲੀਸਟ ਇੱਥੋਂ ਤੱਕ ਆਉਂਦੇ ਹੋਏ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਆ ਬਟ ਮੈਨੂੰ ਇੰਨਾ ਕੁ ਤਾਂ ਪ੍ਰਾਊਡ ਫੀਲ ਹੋ ਜਾਊਗਾ ਕਿ ਆਪਾਂ ਇੱਕ ਵਾਰੀ 0 ਤੋਂ ਲੈ ਕੇ ਹਾਈ ਲੈਵਲ ਤੱਕ ਦੇ ਸਾਰੇ ਉਹ DI ਜਿਨ੍ਹਾਂ ਦਾ ਸੰਬੰਧ ਇਹਦੇ ਨਾਲ ਸੀਗਾ ਟੇਬਲ ਨਾਲ ਉਹ ਆਪਾਂ ਕਵਰ ਕਰ ਲਿਆ ਠੀਕ ਆ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਕਿ ਇੱਕ ਜਿਹੜੀ ਅੱਛੀ ਆਪਣੇ ਕੋਲ ਇੱਕ ਕੰਟੈਂਟ ਮੇਰੇ ਕੋਲ ਹੈਗਾ ਹੋਰ ਕਿ DI ਦੇ ਜਿੰਨੇ ਸਵਾਲ ਪੁਰਾਣੇ ਗੇਟ ਲੈਵਲ ਦੇ ਪੇਪਰ 'ਚ ਆਏ ਹੋਏ ਆ ਉਹਨਾਂ ਨੂੰ ਟਰਾਂਸਲੇਸ਼ਨ ਚੱਲ ਰਹੀ ਆ ਕਿ ਇੱਕ ਵਾਰੀ ਤੁਸੀਂ ਆਹ ਸ਼ੀਟਸ ਸੋਲਵ ਕਰਿਓ ਠੀਕ ਆ
ਤੇ ਦੇਖੋ ਹਜੇ ਦੂਜੀ ਆਹ ਵਾਲੀ ਸ਼ੀਟ ਹੁਣ ਤੈਨੂੰ ਕੱਲ ਮਿਲ ਜੂਗੀ, ਕਿਉਂਕਿ ਇਹਦੇ ਚ ਆਹ ਗੜਬੜ ਸੀਗੀ। ਜਿਨ੍ਹਾਂ ਨੇ ਆਪਣੇ ਲੈਵਲ ਤੇ ਕਰਨੀ ਹੈ ਨਾ ਸ਼ੀਟ, ਹਜੇ ਫਿਲਹਾਲ ਉਹ PDF ਫਾਰਮੈਟ ਚੋਂ ਕਰ ਲੈਣ। ਟੈਲੀਗ੍ਰਾਮ ਦਾ ਆਪਣਾ ਜਿਹੜਾ ਚੈਨਲ ਆ ਉਹਦੇ ਚ ਡਾਟਾ ਇੰਟਰਪ੍ਰੀਟੇਸ਼ਨ ਨਾਮ ਦੀ ਫਾਈਲ ਪਈ ਆ, ਉਹਨੂੰ ਪ੍ਰਿੰਟ ਨਾ ਕਢਾਉਣ ਹਜੇ ਤਾਂ। ਹੁਣ ਸਪੋਜ਼ ਕਰੋ ਆਹ ਖਤਮ ਹੋ ਗਿਆ, ਇਸ ਤੋਂ ਬਾਅਦ ਅਗਲਾ ਪੜਾਉਣਾ ਮੈਂ ਹੁਣ, ਜਿਹੜੇ ਅਗਲੇ ਸਵਾਲ ਸੋਲਵ ਕਰਾਉਣੇ ਆ ਉਹ ਮੈਂ ਕਰਾਉਣੇ ਆ ਪਾਈ ਚਾਰਟ ਨਾਲ ਰਿਲੇਟਡ। ਟੇਬਲ ਖਤਮ, ਫਿਰ ਪਾਈ ਚਾਰਟ, ਉਸ ਤੋਂ ਬਾਅਦ ਬਾਰ ਗ੍ਰਾਫ, ਫਿਰ ਲਾਈਨ ਗ੍ਰਾਫ। ਸੋ ਅਗਲੇ ਉਸ DI ਦੀ PDF ਨੂੰ ਤੁਸੀਂ ਆਪਣੇ ਲੈਵਲ ਤੇ ਪਾਈ ਚਾਰਟ ਵਾਲੇ ਜੇ ਕਰਕੇ ਆਉਣੇ ਆ ਤਾਂ ਕਰਕੇ ਆਓ। ਇਹ ਕੰਸਰਨ ਨਾ ਰਿਓ ਕਿ ਸਰ ਉਹਦੇ ਚ ਕੁਝ ਕੁ ਸਵਾਲਾਂ ਦੇ ਆਨਸਰ ਗਲਤ ਨੇ, ਠੀਕ ਆ। ਉਹਦੇ ਚ ਨਾ ਇੱਕ ਲਾਸਟ ਚ ਆ ਕੇ DI ਮਿਕਸਡ DI ਦੀ ਸ਼ੀਟ ਆ, ਉਹ ਸਾਰੇ ਆਨਸਰ ਗਲਤ ਆ। ਉਹ ਮਿਕਸਡ DI ਹੈ ਕੀ ਆ, ਮਿਸਲੇਨੀਅਸ ਦੇ ਸਵਾਲ। ਤੁਸੀਂ ਨੋਟਿਸ ਕਰੋ ਜਿਹੜੀਆਂ ਨਵੀਆਂ ਸ਼ੀਟਾਂ ਬਣ ਰਹੀਆਂ ਇਹ ਕਿਵੇਂ ਆ, ਮਿਕਸਡ ਦੇ ਜਿਹੜੇ ਸਵਾਲ ਜਿਹੜੇ ਸੈਕਸ਼ਨ ਨਾਲ ਰਿਲੇਟਡ ਆ ਉਹਦੇ ਥੱਲੇ ਫਿੱਟ ਹੋ ਰਹੇ ਆ ਕੇ। ਸੋ ਕਾਈਂਡਲੀ ਇਹ ਸਵਾਲ ਕਰਕੇ ਜਿਹਨੇ ਆਪਣੇ ਲੈਵਲ ਤੇ ਥੋੜੀ ਜਿਹੀ ਪ੍ਰੈਕਟਿਸ ਕਰਨੀ ਆ ਅਗਲੇ ਸਵਾਲਾਂ ਤੋਂ ਪਹਿਲਾਂ, ਉਹ ਇੱਕ ਵਾਰੀ ਪਾਈ ਚਾਰਟ ਦੇ ਸਵਾਲ ਕਰ ਆਉਣ, ਠੀਕ ਆ। ਤੇ ਆਪਾਂ ਕੱਲ ਤੋਂ ਪਾਈ ਚਾਰਟ ਸਟਾਰਟ ਕਰਾਂਗੇ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ, ਮਿਲਦੇ ਆ ਜੀ ਆਪਾਂ।